ਅੱਜ ਆਪਾਂ ਕਬੀਰ ਜੀ ਦੀ ਬਾਣੀ ਜਿਹੜੀ ਲੈ ਰਹੇ ਸੀਗੇ, ਇਹ ਰਾਮਕਲੀ ਰਾਗ ਦੇ ਵਿੱਚ ਅੰਗ 969 969 ਕਬੀਰ ਜੀ ਦਾ ਜਿਹੜਾ ਹੈਗਾ ਦੂਸਰਾ ਸ਼ਬਦ ਲੈ ਰਹੇ ਹਾਂ ਜੀ, ਤਿੰਨ ਬੰਦਾਂ ਦਾ। ਪਹਿਲੇ ਸ਼ਬਦ ਦੇ ਵਿੱਚ ਵੀ ਕਬੀਰ ਜੀ ਨੇ ਜਿਹੜਾ ਹੈਗਾ ਆਪਾਂ ਨੂੰ ਦੱਸਿਆ ਸੀਗਾ ਕਿਸ ਤਰ੍ਹਾਂ ਅੰਮ੍ਰਿਤ ਦੇ ਵਾਸਤੇ, ਜਿਸ ਦੇ ਵਾਸਤੇ ਆਪਾਂ ਦੁਨੀਆ 'ਚ ਆਏ ਹਾਂ, ਉਹ ਅੰਮ੍ਰਿਤ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਅੰਮ੍ਰਿਤ ਜਿਹੜਾ ਹੈਗਾ ਆਪਾਂ ਨੇ ਤਿਆਰ ਕਰਨਾ ਹੈ। ਜਿਵੇਂ ਆਪਾਂ ਮੱਖਣ ਤਿਆਰ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਅੰਮ੍ਰਿਤ ਤਿਆਰ ਕਰਨਾ ਹੈ। ਅਤੇ ਉਸੇ ਸ਼ਬਦ ਦੀ ਕੰਟੀਨਿਊਟੀ ਦੇ ਵਿੱਚ ਜਿਹੜੇ ਹੈਗੇ ਅਗਲਾ ਸ਼ਬਦ ਆ ਰਿਹਾ ਹੈ। ਪਹਿਲੇ ਸ਼ਬਦ ਕਬੀਰ ਜੀ ਨੇ ਦੱਸਿਆ ਸੀ ਵੀ ਕਾਇਆ ਕਲਾਲਣ ਲਾਹਨ ਮੇਲੋਂ ਗੁਰ ਕਾ ਸ਼ਬਦ ਗੁੜ ਕੀਨ ਰੇ, ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ। ਹੁਣ ਇਸੇ ਤਰੀਕੇ ਦੇ ਨਾਲ ਹੁਣ ਕਹਿੰਦੇ ਗੁੜ ਕਰ ਗਿਆਨ ਧਿਆਨ ਕਰ ਮਹੁਆ, ਪਾਉ ਪਾਠੀ ਮਨ ਧਾਰਾ, ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ। ਕਹਿੰਦੇ ਗੁੜ ਕਰ ਗਿਆਨ, ਉਹਦੇ ਵਿੱਚ ਜਿਹੜਾ ਹੈਗਾ ਸ਼ਰਾਬ ਕੱਢਣ ਵਾਸਤੇ ਜਿਹੜਾ ਹੈਗਾ ਗੁੜ ਪਾਉਣਾ ਪੈਂਦਾ ਹੈ। ਅਤੇ ਕਹਿੰਦੇ ਆ ਇਹਦੇ ਵਾਸਤੇ ਤੂੰ ਜਿਹੜਾ ਹੈਗਾ ਗਿਆਨ ਲੈ, ਗੁਰੂ ਦਾ ਬ੍ਰਹਮ ਗਿਆਨ ਲੈ, ਬ੍ਰਹਮ ਗਿਆਨੀਆਂ ਤੋਂ ਗਿਆਨ ਲੈ ਵੀ ਇਹ ਅੰਮ੍ਰਿਤ ਦੇ ਵਾਸਤੇ ਮੈਨੂੰ ਕੀ ਕਰਨਾ ਪਊਗਾ। ਜਿਹੜਾ ਮੇਰੇ ਅੰਦਰ ਅੰਮ੍ਰਿਤ ਹੈ, ਅੰਮ੍ਰਿਤ ਕਿੱਥੇ ਹੈਗਾ? ਮੈਂ ਤਾਂ ਬਾਹਰ ਹੀ ਭਟਕਦਾ ਸੀ। ਗੁਰੂ ਤੋਂ ਗਿਆਨ ਲੈ, ਬ੍ਰਹਮ ਗਿਆਨ ਲੈ, ਧਿਆਨ ਕਰ ਮਹੁਆ। ਔਰ ਉਹਦੇ ਵਿੱਚ ਜਿਹੜਾ ਹੈਗਾ ਉਹ ਮਹੁਏ ਦੇ ਫੁੱਲ ਪਾਉਂਦੇ ਸੀਗੇ। ਉਹ ਕਹਿੰਦੇ ਆ ਧਿਆਨ ਜਿਹੜਾ ਹੈਗਾ ਧਿਆਨ ਲਾਉਣਾ ਪਊਗਾ, ਧਿਆਨ ਸਿਮਰਨ ਕਰਨਾ ਪਊਗਾ, ਆਪਣੇ ਅੰਦਰ ਵੜਨਾ ਪਊਗਾ। ਉਹ ਜਿਹੜੇ ਹੈਗੇ ਮਹੁਏ ਦੇ ਫੁੱਲ ਪਾਉਣੇ ਹੋ ਗਏ। ਗੁੜ ਕਰ ਗਿਆਨ ਧਿਆਨ ਕਰ ਮਹੁਆ, ਪਾਉ ਪਾਠੀ ਮਨ ਧਾਰਾ। ਮਨ ਦੇ ਵਿੱਚ ਧਾਰਨ ਕਰਨਾ ਪਊਗਾ ਉਸ ਮਾਲਕ ਪਰਮਾਤਮਾ ਦਾ ਭੈ ਦੇ ਵਿਚਕਾਰ ਕਰਨੀ ਆ। ਮਾਲਕ ਪਰਮਾਤਮਾ ਅੰਗ ਸੰਗ ਹੈਗਾ। ਆਪਾਂ ਜੋ ਕੁਛ ਵੀ ਕਰ ਰਹੇ ਹਾਂ ਉਹਨੂੰ ਉਹ ਮਾਲਕ ਪਰਮਾਤਮਾ ਦੇਖ ਰਿਹਾ ਆ। ਮੇਰੀ ਆਤਮਾ ਦੇਖ ਰਹੀ ਹੈ, ਗਵਾਹ ਆ ਮੇਰੀ ਆਤਮਾ। ਜੋ ਵੀ ਮੈਂ ਕਰੂੰਗਾ ਉਹਦਾ ਮੈਨੂੰ ਫਲ ਭੁਗਤਣਾ ਪਊਗਾ। ਗੁੜ ਕਰ ਗਿਆਨ ਧਿਆਨ ਕਰ ਮਹੁਆ। ਦੇਖੋ ਗਿਆਨ, ਧਿਆਨ ਅਤੇ ਭੈ, ਤਿੰਨ ਚੀਜ਼ਾਂ ਆਪਾਂ ਨੂੰ ਕਹਿ ਰਹੇ ਕਬੀਰ ਜੀ। ਬਈ ਗਿਆਨ ਲੈ, ਭਗਤੀ ਕਰਨੀ ਹੈ ਅਤੇ ਉਹ ਕਿਸ ਤਰ੍ਹਾਂ ਕਰਨੀ ਹੈ ਭਗਤੀ, ਕਿਹਦੀ ਕਰਨੀ ਹੈ ਭਗਤੀ, ਕਿਵੇਂ ਕਰਨੀ ਹੈ ਭਗਤੀ, ਕਦੋਂ ਕਰਨੀ ਹੈ ਭਗਤੀ। ਗੁੜ ਕਰ ਗਿਆਨ ਧਿਆਨ ਕਰ ਮਹੁਆ, ਪਾਉ ਪਾਠੀ ਮਨ ਧਾਰਾ। ਗਿਆਨ, ਧਿਆਨ ਅਤੇ ਪਰਮੇਸ਼ਰ ਦਾ ਡਰ। ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ। ਕਹਿੰਦੇ ਸੁਖਮਨਾ ਨਾਰੀ ਦੇ ਵਿੱਚ ਸੁਰਤ ਟਿਕ ਜਾਏਗੀ, ਸਹਿਜ ਦੇ ਵਿੱਚ ਸਮਾਈ ਹੋ ਜਾਏਗੀ ਤੇਰੀ। ਔਰ ਅੰਮ੍ਰਿਤ ਜਿਹੜਾ ਹੈਗਾ ਉਹ ਅੰਮ੍ਰਿਤ ਪੀਣ ਨੂੰ ਮਿਲ ਜਾਏਗਾ। ਆ ਜਿਹੜਾ ਹੈਗਾ ਆ ਵਿਧੀ ਦੱਸ ਰਹੇ ਆ ਆਪਣੇ ਕਬੀਰ ਜੀ। ਗੁੜ ਕਰ ਗਿਆਨ ਧਿਆਨ ਕਰ ਮਹੁਆ, ਪਾਉ ਪਾਠੀ ਮਨ ਧਾਰਾ, ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ। ਅਵਧੂ ਮੇਰਾ ਮਨ ਮਤਵਾਰਾ, ਅਵਧੂ ਮੇਰਾ ਮਨ ਮਤਵਾਰਾ। ਸਾਧਨਾ ਕਰਨ ਵਾਲੇ ਅਵਧੂ ਜਿਹੜੇ ਹੈਗੇ ਆ, ਇਹ ਜੋਗੀ ਜਿਹੜੇ ਹੁੰਦੇ, ਉਹਨਾਂ ਨੂੰ ਐਡਰੈਸ ਕਰ ਰਹੇ ਕਬੀਰ ਜੀ। ਕਹਿੰਦੇ ਕਿੱਥੇ ਜਿਹੜਾ ਹੈਗਾ ਤੂੰ ਸਵਾਸ ਚੜਾ ਰਿਹਾ ਆ, ਔਰ ਕਿਸ ਤਰ੍ਹਾਂ ਜਿਹੜੇ ਹੈਗੇ ਉਹ ਰੇਚਕ ਕੁੰਭਕ ਪੂਰਕ, ਔਰ ਜਿਹੜਾ ਹੈਗਾ ਜਿਹੜੀ ਹੈਗੀ ਆ ਇਹ ਤੇਰੀ ਚੰਦ ਔਰ ਸੂਰਜ ਜਿਹੜੀ ਹੈ ਖੱਬੀ ਸੱਜੀ ਨਾਸਿਕਾ ਜਿਹੜੀ ਹੈਗੀ, ਇਹਦਾ ਅਭਿਆਸ ਕਰਦਾ ਹੈ ਸੁਰ ਸਵਾਸ ਉੱਪਰ ਚੜਾਉਣ ਦਾ। ਕਹਿੰਦੇ ਆਹ ਤਰੀਕੇ ਦੇ ਨਾਲ ਸਹਿਜ ਦੇ ਵਿੱਚ ਹੀ ਜਿਹੜਾ ਹੈਗਾ ਇਹ ਅੰਮ੍ਰਿਤ ਪੀਣ ਨੂੰ ਮਿਲ ਜਾਂਦਾ ਹੈ। ਅਵਧੂ ਮੇਰਾ ਮਨ ਮਤਵਾਰਾ, ਉਨਮਦ ਉਨਮਦ ਚੜਾ ਮਦਨ ਰਸ ਚਾਖਿਆ। ਮੇਰਾ ਮਨ ਜਿਹੜਾ ਹੈ ਮਸਤ ਹੋ ਗਿਆ, ਐਸਾ ਨਸ਼ਾ ਆ ਗਿਆ ਮੈਨੂੰ, ਐਸਾ ਨਸ਼ਾ ਚੜ੍ਹ ਗਿਆ ਮੈਨੂੰ
ਤਿਰ ਭਵਨ ਭਇਆ ਉਜਿਆਰਾ ਰਹਾਓ। ਧਰਤ ਪਤਾਲ ਆਕਾਸ਼ ਦੇ ਵਿੱਚ ਜਿਹੜਾ ਉਹ ਮਾਲਕ ਪਰਮਾਤਮਾ ਹੈਗਾ ਉਹ ਮੇਰੇ ਅੰਦਰ ਪ੍ਰਗਟ ਹੋ ਗਿਆ। ਉਨਮਦ ਛੜਾ ਮਦਨ ਰਸ ਚਾਖਿਆ ਤਿਰ ਭਵਨ ਭਇਆ ਉਜਿਆਰਾ ਰਹਾਓ। ਹਾਂਜੀ ਜੀ ਵੀਰ ਜੀ, ਇਹ ਜਿਹੜਾ ਸ਼ਬਦ ਕਬੀਰ ਸਾਹਿਬ ਦਾ ਬਹੁਤ ਵੀਰ ਜੀ ਆ ਗਏ। ਹਾਂ ਗੁਰਕੀ ਵੀਰ ਹਾਂਜੀ 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 ਨਿੱਜਰ ਸਾਹਿਬ ਕੋਈ ਨਹੀਂ ਕਰੋ ਇਹਨਾਂ ਨੂੰ ਕੰਮ ਤੋਂ ਅੱਜ ਕੋਈ ਨਹੀਂ ਵੀਰ ਜੀ ਤੁਸੀਂ ਆਓ ਆ ਜਾਓ ਮੇਰੇ ਤੋਂ ਨਾ ਪਤਾ ਪਲੀਜ਼ ਤੁਸੀਂ ਆਓ ਕੋਈ ਨਹੀਂ ਅੱਜ ਨਾ ਨਿੱਜਰ ਸਾਹਿਬ ਹਾਂਜੀ ਹਾਂਜੀ ਆ ਮਾਤਾ ਬੈਠੀ ਹੈ ਸਾਹਮਣੇ ਤੇ ਕਹਿੰਦੀ ਕਥਾ ਮੈਂ ਨਹੀਂ ਸੁਣਨੀ ਤੇ ਮੈਂ ਕਿਹਾ ਮਾਤਾ ਕੀ ਹੋਇਆ? ਕਹਿੰਦੀ ਮੂਡ ਖਰਾਬ ਹੋਇਆ। ਮੈਂ ਕਿਹਾ ਮੇਰਾ ਤੇ ਨਹੀਂ ਖਰਾਬ ਹੋਇਆ। ਹੋਇਆ ਕੀ ਆ, ਕਲੀਨਿਕ ਦੇ ਵਿੱਚ ਨਾ 2-3 ਮੁੰਡੇ ਰੱਖੇ ਆ ਰਿਸ਼ਤੇਦਾਰੀ ਆਪਣੇ। ਹਾਂਜੀ ਤੇ ਉਹ ਵਿਚਾਰੇ ਸੰਗਤ ਚ ਗਲਤ ਜੇ ਪਏ ਆ ਤੇ ਮੈਂ ਸੋਚਦਾ ਚਲੋ ਸ਼ਾਇਦ ਠੀਕ ਹੋ ਜਾਣ। ਤੇ ਉਹ ਕੀ ਹੋਇਆ ਕਿ ਉਹ ਡਾਕਟਰ ਜਿਹੜਾ ਲੈਂਦਾ ਨਾ ਬੰਬਿਓ, ਹਾਂਜੀ ਉਹਦੇ ਬੁੱਝ ਚੋਂ 5000 ਰੁਪਇਆ ਕੱਢ ਲਿਆ ਕਿਸੇ ਨੇ। ਪਤਾ ਨਹੀਂ ਕਿੰਨੇ ਕੱਢਿਆ, ਮੈਂ ਉਹਨੂੰ ਕੱਲ ਕੈਮਰੇ ਲਵਾਉਂਗਾ। ਗੱਲ 5 ਦੀ ਨਹੀਂ ਹੈਗੀ, ਗਲਤੀ ਹੈ ਕਿ ਮਤਲਬ ਕੋਈ ਵੀ ਚੀਜ਼ ਹੈ ਜਿੱਦਾਂ ਸਭ ਚੋਰੀ ਤੇ ਚੋਰੀ ਬਿਲਕੁਲ ਚੋਰੀ ਹੁੰਦੀ ਬਿਲਕੁਲ। ਉਹ ਫਿਰ ਅਸੀਂ ਕਜਾਜ ਨਾਲ ਅਸੀਂ ਏਦਾਂ ਬੈਠੇ ਆ, ਟੌਰ ਨਾਲ ਬੈਠੇ ਆ, ਪਰ ਹੁਣ ਉਹ ਮਨ ਦੇ ਵਿੱਚ ਇਹ ਹੁੰਦਾ ਕਿ ਉੱਥੇ ਚੋਰ ਵੀ ਹੈਗੇ। ਇੱਕ ਮਨ ਦੇ ਅੰਦਰ ਇੱਕ ਚੀਜ਼ ਹੀ ਬਹਿ ਗਈ ਨਾ। ਬਿਲਕੁਲ ਹਾਂ ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ। ਮੈਂ ਤੇ ਮਾਤਾ ਨੂੰ ਕਿਹਾ, ਮੈਂ ਆਦਾ, ਕਹਿੰਦੀ ਮੇਰਾ ਮੂਡ ਨਹੀਂ ਹੈਗਾ। ਮੈਂ ਫਿਰ ਵੇਖ, ਮੈਂ 5000 ਕਰਕੇ ਤੂੰ ਕਥਾ ਛੱਡ ਦੇਣੀ? ਇਹ ਕਿਹੜੀ ਗੱਲ ਹੈ? ਮੈਂ ਕਈ 5 ਪਤਾ ਨੀ ਮੈਂ ਮਾਤਾ ਮੈਂ ਨਿੱਜਰ ਸਾਹਿਬ ਨੂੰ ਦੱਸਦਾ ਵਾ ਪਰ ਮੰਨਦੀ ਨਹੀਂ। ਵੇਖ ਲੋ ਬੰਦੇ ਨੂੰ, ਮਾਇਆ ਦੇ ਉੱਤੇ ਕਿੰਨੀ ਪਕੜ ਹੁੰਦੀ ਬੰਦੇ ਦੀ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਤਾਂ ਜ਼ਿੰਦਗੀ ਦੇ ਵਿੱਚ ਆਖਰੀ ਅਵਸਥਾ ਜਿਹੜੀ ਹੈ ਨਾ, ਤੁਹਾਨੂੰ ਮੈਂ ਅੱਜ ਦੱਸਦਾ, ਇਸ ਸੰਸਾਰ ਦੇ ਅੰਦਰ ਕੁਛ ਵੀ ਹੋ ਜੇ, ਤੁਹਾਡੇ ਅੰਦਰ ਨਹੀਂ ਜੋ ਹਲਚਲ ਪੈਦਾ, ਕੁਛ ਵੀ ਨਹੀਂ ਫਰਕ ਪੈਣਾ। ਨਿੱਜਰ ਸਾਹਿਬ ਆਪ ਜਸਟ ਸੋਚੋ, ਇਹ ਨਹੀਂ ਕਿ 50-60 ਹਜ਼ਾਰ 10-20 ਲੱਖ 30 ਲੱਖ ਚੱਲ ਗਿਆ, ਕੁਛ ਵੀ ਰੁੜ ਗਿਆ। ਇਹ ਸੰਤ ਦੀ ਇੱਕ ਅਵਸਥਾ ਬਣਦੀ ਹੈ। ਹਾਂਜੀ ਇਹ ਇੱਕ ਤੁਹਾਡੇ ਅੰਦਰ ਇੱਕ ਅਵਸਥਾ ਬਣਨੀ ਹੈ। ਜਦੋਂ ਤੁਸੀਂ ਲਗਾਤਾਰ ਬੰਦਗੀ ਕੀਤੀ, ਤੁਹਾਡਾ ਮਨ ਸਥਿਰ ਹੁੰਦਾ। ਫਿਰ ਮਨ ਦੇ ਵਿੱਚ ਸਥਿਰ ਦੇ ਵਿੱਚ ਹੁੰਦਾ, ਦੇਖੋ ਉਹ ਭਾਣਾ ਮਿੱਠਾ ਲਾ ਕੇ ਐਵੇਂ ਨਹੀਂ ਲੱਗਦਾ, ਗੱਲਾਂ ਨਾਲ ਨਹੀਂ ਗੱਲ ਬਣਦੀ। ਉਹ ਅਵਸਥਾ ਬਣ ਜਾਂਦੀ ਆ ਬੰਦੇ ਦੇ ਅੰਦਰ। ਬਾਣੀ ਚ ਕਿਹਾ, ਜੋ ਨਰ ਸੁਖ में सुख ना माने, जैसा सुख दुख जी है ना। ਹਾਂਜੀ ਹਾਂਜੀ ਜੋ ਨਰ हाँ सुख च सुख, जो नर सुख में सुख नहीं माने, नहीं जो नर दुख में दुख नहीं माने, ਦੁੱਖ में दुख नहीं माने। हाँ जो नर दुख में दुख नहीं माने, हाँ सुख स्नेह और पै नहीं जाके कंचन माटी जाने। हाँ जी हाँ एक जस्ट ਆਪਾਂ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਨੇ ਰਸਤੇ ਤੇ ਜਾਂਦੇ ਆ ਨਾ, ਤੇ ਸਾਡੇ ਅੰਦਰ ਇੱਕ ਵਿਸ਼ਾਲ ਪਰਬਤ ਬਣਨਾ। ਉਸ ਪਰਬਤ ਨੂੰ ਆਪਾਂ ਕਹਿ ਲਓ ਆਤਮਾ, ਉਹਨੂੰ ਕਹਿ ਲਓ ਰੱਬ, ਉਹਨੂੰ ਕਹਿ ਲਓ ਕੁਛ। ਦੇਖੋ ਸਮੁੰਦਰ ਦੇ ਅੰਦਰ ਹਲਚਲ ਆ, ਪਰ ਸਮੁੰਦਰ 'ਚ ਨਹੀਂ ਹਲਚਲ ਹੈਗੀ, ਉਹਦੇ ਉੱਪਰਲੀ ਸਤ੍ਹਾ ਦੇ ਵਿੱਚ ਹਲਚਲ ਹੁੰਦੀ। ਜਦੋਂ ਆਪਾਂ ਬਿਲਕੁਲ ਗਹਿਰੇ ਚੱਲ ਜਾਂਦੇ ਆ, ਦੇਖੋ ਇੱਕਦਮ ਸ਼ਾਂਤ ਬੈਠਾ ਹੈ ਸਮੁੰਦਰ। ਇਸੇ ਤਰ੍ਹਾਂ ਜਦੋਂ ਕੋਈ ਸਾਧਕ, ਆਪ ਜਸਟ ਦੇਖੋ ਇਹ ਬਾਣੀ ਜਿਨ੍ਹਾਂ ਨੇ ਉਚਾਰਨ ਕੀਤੀ ਹੈ ਤੇ ਉਹਨਾਂ ਦੇ ਨਾਲ ਸਮਾਜ ਨੇ ਕਾਫੀ ਬੁਰਾ ਵਰਤਾਓ ਕੀਤਾ ਹੈ, ਪਰ ਇਹਦੇ ਬਾਵਜੂਦ ਉਹ ਕੰਪਲੇਂਟ ਨਹੀਂ ਕਰਦੇ। ਨਹੀਂ ਕਿਉਂ ਨਹੀਂ ਕਰਦੇ? ਨਿੱਜਰ ਸਾਹਿਬ ਅੰਦਰ ਪਰਬਤ ਬਹੁਤ ਤਗੜਾ ਹੈ। ਉਹ ਚਿੱਟੇ ਆਉਂਗੋ ਨਾ ਵੇਖਿਆ ਸੋਨੇ ਦੇ ਵੱਟੇ, ਉਹ ਕਿੱਦਾਂ ਉਹਨੇ ਸੇਠ ਨੇ ਖਰੀਦ ਲਏ। ਫਿਰ ਉਹ ਸੰਤ ਕੋ ਗਿਆ, ਸੰਤ ਕਹਿੰਦਾ ਕਿ ਇਹਨਾਂ ਨੂੰ ਸੁੱਟ ਦੇ। ਉਹਨੇ ਸੁੱਟ ਦਿੱਤੇ। ਫਿਰ ਕੁਝ ਸਮੇਂ ਬਾਅਦ ਉਹ ਇਹਨੂੰ ਲੱਭ ਗਏ, ਉਹਨੂੰ ਪਤਾ ਹੈ ਫਲਾਣੇ ਸੇਠ ਦੇ ਵੱਟੇ ਹੈਗੇ ਆ ਸੋਨੇ ਦੇ। ਉਹ ਚੁੱਕ ਕੇ ਉਹਨਾਂ ਸੇਠਾਂ ਨੂੰ ਦਿਆ, ਸੇਠ ਚੁੱਕ ਕੇ ਵੱਟੇ ਫਿਰ ਸੰਤ ਕੋ ਲੈ ਕੇ ਗਿਆ। ਸੰਤ ਨੇ ਕਿਹਾ ਇਹੋ ਹੀ ਆ। ਕਹਿੰਦਾ ਕਿ ਜਿਹੜੀ ਚੀਜ਼ ਤੇਰੀ ਹੈ ਨਾ ਨਿੱਜਰ ਸਾਹਿਬ, ਉਹ ਤੇਰੇ ਕੋ ਆ ਜਾਊਗੀ, ਤੇ ਜਿਹੜੀ ਚੀਜ਼ ਸਾਡੀ ਨਹੀਂ ਹੈ ਨਾ ਸੰਗਤ ਜੀ, ਉਹ ਸਾਡੇ ਤੋਂ ਚੱਲ ਜਾਣੀ। ਇਹ ਜਸਟ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਚੀਜ਼ ਸਾਡੀ ਆ ਉਹ ਸਾਡੇ ਕੋਲ ਰਹੂਗੀ, ਜਿਹੜੀ ਚੀਜ਼ ਸਾਡੀ ਨਹੀਂ ਆ ਉਹ ਭਾਵੇਂ ਕੁਛ ਵੀ ਕੋਸ਼ਿਸ਼ ਕਰ ਲਈਏ, ਉਹ ਚੀਜ਼ ਸਾਡੇ ਤੋਂ ਚਲੀ ਜਾਵੇਗੀ ਕਿਸੇ ਵੀ ਰੂਪ। ਇਹ ਸੱਚ ਹੈਗਾ ਜੀ। ਹਾਂਜੀ ਆਪਾਂ ਕਥਾ ਤੇ ਚੱਲਦੇ ਨੇ ਜੱਸਾ।
ਇਹ ਕਬੀਰ ਸਾਹਿਬ ਦਾ ਦੂਸਰਾ ਸ਼ਬਦ ਹੈ। ਪਹਿਲੇ ਸ਼ਬਦ 'ਚ ਇਹਨਾਂ ਨੇ ਅੰਮ੍ਰਿਤ ਬਣਾਉਣ ਦਾ ਦੱਸਿਆ ਸੀ ਵੀ ਕਿਵੇਂ ਅੰਮ੍ਰਿਤ ਤਿਆਰ ਕਰਨਾ ਹੈ, ਅਤੇ ਆਹ ਦੂਸਰਾ ਸ਼ਬਦ ਹੈ, ਇਹਦੇ ਵਿੱਚ ਵੀ ਉਹੀ ਅੰਮ੍ਰਿਤ ਬਣਾਉਣ ਦੀ ਹੀ ਵਿਧੀ ਦੱਸ ਰਹੇ ਆ, ਧਿਆਨ ਸਿਮਰਨ ਦੀ ਵਿਧੀ ਦੱਸ ਰਹੇ ਆ। ਗੁੜ ਕਰ ਗਿਆਨ, ਅੰਗ ਹੈਗਾ 969 969। ਗੁੜ ਕਰ ਗਿਆਨ ਕਹਿੰਦੇ ਗੁੜ ਚਾਹੀਦਾ ਹੈ ਭਾਈ, ਸ਼ਰਾਬ ਤਿਆਰ ਕਰਨੀ ਆ, ਇੱਥੇ ਅੰਮ੍ਰਿਤ ਹੈਗਾ ਭਾਈ। ਸ਼ਰਾਬ ਦੇ ਨਾਲ ਨਸ਼ਾ ਕਰਦੇ ਆ, ਇੱਥੇ ਕਹਿੰਦੇ ਆ ਅੰਮ੍ਰਿਤ ਦੀ ਬੂੰਦ ਚੱਕ ਤੂੰ ਹਮੇਸ਼ਾ ਵਾਸਤੇ ਮਸਤ ਹੋ ਜਾਏਗਾ। ਗੁੜ ਕਰ ਗਿਆਨ, ਧਿਆਨ ਕਰ ਮਹੂਆ, ਭਉ ਪਾਠੀ ਮਨ ਧਾਰਾ। ਤਿੰਨ ਚੀਜ਼ਾਂ ਦੱਸ ਰਹੇ ਇਹਦੇ ਵਿੱਚ, ਕਹਿੰਦੇ ਪਹਿਲਾ ਗਿਆਨ, ਫਿਰ ਧਿਆਨ, ਤੇ ਉਸ ਤੋਂ ਬਾਅਦ ਭਉ। ਤਿੰਨ ਚੀਜ਼ਾਂ, ਤਿੰਨ ਕੰਮ ਕਰਨੇ ਪੈਣੇ ਆ ਤੈਨੂੰ। ਪਹਿਲਾਂ ਤਾਂ ਭਾਈ ਇਹ ਜਿਹੜਾ ਹੈਗਾ ਅੰਮ੍ਰਿਤ ਤਿਆਰ ਕਰਨਾ, ਇਹਦੀ ਵਿਧੀ ਪਤਾ ਹੋਏ, ਗਿਆਨ ਪਤਾ ਹੋਏ, ਕਿਹੋ ਜਿਹਾ ਭਾਂਡਾ ਹੋਣਾ ਚਾਹੀਦਾ ਆ, ਔਰ ਗੰਦਾ ਮੰਦਾ ਕਿਸ ਤਰ੍ਹਾਂ ਭਾਂਡਾ ਹੋਣਾ ਚਾਹੀਦਾ ਹੈ, ਉਹ ਭਾਂਡੇ ਨੂੰ ਸਾਫ਼ ਕਿਵੇਂ ਕਰਨਾ ਹੈ। ਨਹੀਂ ਤਾਂ ਜਿਹੜਾ ਗੰਦੇ ਭਾਂਡੇ 'ਚ ਦੁੱਧ ਪਾਵਾਂਗੇ ਵੈਸੇ ਹੀ ਦੁੱਧ ਜਿਹੜਾ ਹੈਗਾ ਖਰਾਬ ਹੋ ਜਾਏਗਾ। ਗੁੜ ਕਰ ਗਿਆਨ, ਧਿਆਨ ਕਰ ਮਹੂਆ। ਮਹੂਆ ਕਹਿੰਦੇ ਆ ਉਹ ਜਿਹੜੇ ਹੈਗੇ, ਉਹ ਮਹੂਆ ਦਾ ਜਿਹੜਾ ਹੈਗਾ ਇੱਕ ਦਰਖਤ ਹੁੰਦਾ, ਉਹਦੇ ਫੁੱਲ ਪਾਉਂਦੇ ਉਹਦੇ, ਅਤੇ ਕਹਿੰਦੇ ਧਿਆਨ ਜਿਹੜਾ ਹੈਗਾ ਮਹੂਏ ਦੇ ਫੁੱਲ ਹੈਗੇ। ਗੁੜ ਜਿਹੜਾ ਹੈਗਾ ਗਿਆਨ ਹੈਗਾ, ਅਤੇ ਭਉ ਪਾਠੀ ਮਨ ਧਾਰਾ। ਮਨ ਨੇ ਪਰਮਾਤਮਾ ਦਾ ਡਰ ਦੇ ਵਿੱਚ ਭਗਤੀ ਕਰਨੀ ਹੈ। ਅੰਦਰ ਆਪਣੇ ਬਿਠਾ ਲਾ ਮਾਲਕ ਪਰਮਾਤਮਾ, ਤੇਰੀ ਆਤਮਾ ਤੈਨੂੰ ਦੇਖ ਰਹੀ ਆ। ਮਾਲਕ ਦਾ ਡਰ, ਜੋ ਕੁਛ ਵੀ ਕਰ ਰਿਹਾ ਆ ਉਹ ਤੇਰਾ ਜਿਹੜਾ ਹੈਗਾ ਉਹਦੇ ਵਾਸਤੇ ਕੋਈ ਨਾ ਕੋਈ ਜਿਹੜਾ ਹੈਗਾ ਆਈ ਵਿਟਨੈਸ ਹੈਗਾ, ਉਹਦਾ ਬਿਲਕੁਲ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਤੈਨੂੰ ਕੋਈ ਪਰਮਾਤਮਾ ਤੈਨੂੰ ਦੇਖ ਰਿਹਾ, ਔਰ ਉਹਦਾ ਤੈਨੂੰ ਜਿਹੜਾ ਹੈਗਾ ਉਹਦੇ ਚੰਗੇ ਮੰਦੇ ਦਾ ਤੈਨੂੰ ਹੀ ਭੁਗਤਣਾ ਪੈਣਾ ਹੈ। ਇਹ ਮਨ ਦੇ ਵਿੱਚ ਜਿਹੜਾ ਹੈਗਾ ਭਉ ਪਾਠੀ, ਮਨ ਦੇ ਵਿੱਚ ਧਾਰਨ ਕਰ ਪਰਮਾਤਮਾ ਦਾ ਡਰ, ਇਹ ਭੱਠੀ ਹੋ ਗਈ। ਗੁੜ ਕਰ ਗਿਆਨ, ਧਿਆਨ ਕਰ ਮਹੂਆ, ਭਉ ਪਾਠੀ ਮਨ ਧਾਰਾ। ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ। ਔਰ ਤੇਰੀ ਸੁਰਤ ਜਿਹੜੀ ਸੁਖ ਮਨਾਂ 'ਚ ਸਹਿਜ ਅਵਸਥਾ 'ਚ ਸਮਾ ਜਾਏਗੀ ਭਾਈ। ਮਨ ਜਿਹੜਾ ਭਟਕ ਰਿਹਾ ਹੈ ਚੁੱਪ ਸ਼ਾਂਤ ਹੋ ਜਾਏਗਾ, ਅਤੇ ਉਹ ਅੰਮ੍ਰਿਤ ਦੀ ਬੂੰਦ ਆ ਜਾਏਗੀ। ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ। ਇਸ ਤਰ੍ਹਾਂ ਜਿਹੜਾ ਵੀ ਅਭਿਆਸ ਕਰਦਾ ਹੈ ਉਹ ਜਿਹੜਾ ਇਹ ਅੰਮ੍ਰਿਤ ਦੀ ਬੂੰਦ ਨੂੰ ਪੀ ਲੈਂਦਾ ਹੈ। ਅਵਧੂ ਮੇਰਾ ਮਨ ਮਤਵਾਰਾ। ਅਵਧੂ ਕਹਿੰਦੇ ਆ ਜਿਹੜੇ ਜੋਗੀ ਹੁੰਦੇ ਆ, ਉਹਨਾਂ ਨੂੰ ਐਡਰੈਸ ਕਰ ਰਹੇ ਕਬੀਰ ਜੀ, ਕਹਿੰਦੇ ਕਿੱਥੇ ਤੁਸੀਂ ਜਿਹੜੇ ਹੈਗੇ ਇਹ ਜਿਹੜੇ ਹੈਗੇ ਆ ਇਹ ਇੰਨੇ ਯੋਗ ਸਾਧਨਾ ਦੇ ਵਿੱਚ ਇੰਨੇ ਔਖੇ ਹੋ ਰਹੇ ਹੋ, ਔਰ ਜਿਹੜੇ ਹੈ ਰੇਚਕ ਕੁੰਭਕ ਪੂਰਕ ਜਿਹੜੇ ਹੈਗੇ ਉਹ ਜਿਹੜੇ ਹੈਗੇ ਆ ਆਪਣੇ ਸਵਾਸ ਚੜ੍ਹਾ ਰਹੇ ਹੋ, ਔਰ ਜਿਹੜਾ ਹੈਗਾ ਇਹ ਚੰਦਰਮਾ ਅਤੇ ਸੂਰਜ ਜਿਹੜੀ ਹੈਗੀ ਈੜਾ ਪਿੰਗਲਾ, ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਤੁਸੀਂ ਜਿਹੜਾ ਹੈਗਾ ਸੁਰਤ ਉੱਪਰ ਜਿਹੜੀ ਹੈਗੀ ਦਸਮ ਦੁਆਰ ਵੱਲ ਨੂੰ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਅਵਧੂ ਮੇਰਾ ਮਨ ਮਤਵਾਰਾ, ਮੇਰਾ ਮਨ ਤਾਂ ਮਸਤ ਹੋ ਗਿਆ ਹੈ ਸਹਿਜ ਦੇ ਵਿੱਚ ਹੀ। ਸੁਖਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ। ਸੁਖਮਨ ਨਾਰੀ ਜਿਹੜੀ ਹੈਗੀ ਉਹਦੇ ਵਿੱਚ ਜਿਹੜੀ ਹੈਗੀ ਮੇਰੀ ਸੁਰਤ ਟਿਕ ਗਈ ਹੈ, ਔਰ ਸਹਿਜ ਦੇ ਨਾਲ ਹੀ ਮੈਨੂੰ ਇਹ ਅੰਮ੍ਰਿਤ ਦੀ ਬੂੰਦ ਮਿਲ ਗਈ ਹੈ। ਅਵਧੂ ਮੇਰਾ ਮਨ ਮਤਵਾਰਾ, ਮੇਰਾ ਮਨ ਮਸਤ ਹੋ ਗਿਆ ਹੈ। ਉਨਮਦ ਚੜਾ ਮਦਨ ਰਸ ਚਾਖਿਆ, ਕਹਿੰਦੇ ਮਸਤੀ ਦਾ, ਬਹੁਤ ਹੀ ਮਸਤੀ ਦਾ ਐਸਾ ਨਸ਼ਾ, ਐਸਾ ਮੇਰਾ ਮਨ ਮਸਤ ਹੋ ਗਿਆ, ਉਨਮਾਦ ਦੇ ਵਿੱਚ ਆ ਗਿਆ। ਉਨਮਦ ਚੜਾ, ਮੈਨੂੰ ਚੜ੍ਹ ਗਿਆ ਇਹ ਨਸ਼ਾ, ਐਸਾ ਅੰਮ੍ਰਿਤ ਰਸ ਦਾ ਨਸ਼ਾ ਚੜ੍ਹ ਗਿਆ। ਉਨਮਦ ਚੜਾ ਮਦਨ ਰਸ ਚਾਖਿਆ, ਮੈਂ ਚਖਿਆ। ਤਿਰ ਭਵਨ ਭਇਆ ਉਜਿਆਰਾ ਰਹਾਓ। ਧਰਤ ਪਤਾਲ ਆਕਾਸ਼, ਉਸ ਮਾਲਕ ਪਰਮਾਤਮਾ ਜਿਹੜਾ ਧਰਤ ਪਤਾਲ ਆਕਾਸ਼ ਦਾ ਮਾਲਕ ਹੈਗਾ, ਉਹ ਮੇਰੇ ਅੰਦਰ ਪ੍ਰਗਟ ਹੋ ਗਿਆ, ਮੇਰੇ ਅੰਦਰ ਉਜਿਆਰਾ ਹੋ ਗਿਆ, ਪ੍ਰਕਾਸ਼ ਹੋ ਗਿਆ। ਰਹਾਓ। ਹਾਂਜੀ ਵੀਰ ਜੀ। ਗੁੜ ਕਰ ਗਿਆਨ, ਧਿਆਨ ਕਰ ਮਹੂਆ, ਭਉ ਪਾਠੀ ਮਨ ਧਾਰਾ। ਤਿੰਨ ਚੀਜ਼ਾਂ ਹੈਗੀਆਂ, ਇੱਕ ਗਿਆਨ, ਫਿਰ ਧਿਆਨ, ਅਤੇ ਫਿਰ ਜਿਹੜਾ ਹੈਗਾ ਪਰਮੇਸ਼ਰ ਦੇ ਡਰ ਦੇ ਵਿੱਚ ਜਿਹੜਾ ਹੈਗਾ ਇਹ ਅੰਮ੍ਰਿਤ ਰਸ ਤਿਆਰ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹ ਫਿਰ ਚੌਥੇ ਪਦ ਦੀ ਬਾਣੀ ਔਖੀ ਬਾਣੀ ਹੈ, ਸਰਲ ਨਹੀਂ ਹੈਗੀ। ਠੀਕ ਹੈ, ਇਹ ਬਾਣੀ ਨੂੰ ਖੋਲਣ ਦੇ ਲਈ ਤੁਹਾਡਾ ਆਪਣਾ ਗਿਆਨ ਚਾਹੀਦਾ। ਪਹਿਲੀ ਤੁਕ 'ਚ ਕਹਿੰਦੇ ਗੁੜ ਕਰ ਗਿਆਨ, ਧਿਆਨ ਕਰ ਮਹੂਆ,
ਭਉ ਪਾਠੀ ਮਨ ਧਾਰਾ। ਦੇਖ ਲਓ, ਉਹ ਗੁੜ ਦਾ ਗਿਆਨ ਹੈ ਨਾ, ਗਿਆਨ ਜਿਹੜਾ ਗਿਆਨ ਵੇਖੋ, ਗਿਆਨ ਤੋਂ ਬਿਨਾਂ ਕੀ ਹੋਵੇਗਾ? ਗਿਆਨ ਤੋਂ ਬਿਨਾਂ ਪਤਾ ਹੀ ਨਹੀਂ ਆਪਾਂ ਨੇ ਕਰਨਾ ਕੀ ਹੈਗਾ। ਕਹਿੰਦਾ ਹਮ ਕਿਉਂ ਦੌੜੇ, ਕਹਿੰਦਾ ਤੁਮ ਦੌੜੇ ਤਾਂ ਹਮ ਵੀ ਦੌੜੇ। ਬਿਲਕੁਲ, ਮਤਲਬ ਦੌੜਿਆ ਸੀ ਜਿਹੜਾ, ਉਹ ਕਿਉਂ ਦੌੜਿਆ ਸੀ, ਉਹਦਾ ਜਾਣਕਾਰੀ ਹੋਣੀ ਜ਼ਰੂਰੀ ਆ। ਕਹਿੰਦੇ ਯੁਕਤੀ ਚ ਮੁਕਤੀ ਹੈ। ਪਰਮਾਤਮਾ ਨੇ ਵੀ ਸਾਰਾ ਕੁਝ ਯੁਕਤੀ ਨਾਲ ਹੀ ਤਿਆਰ ਕੀਤਾ। ਤੁਸੀਂ ਪਾਣੀ ਵੇਖ ਲਓ, ਤੁਸੀਂ ਸੂਰਜ ਵੇਖ ਲਓ, ਤੁਸੀਂ ਪ੍ਰਕਾਸ਼ ਵੇਖ ਲਓ, ਤੁਸੀਂ ਧਰਤੀ ਦੀ ਕੋਈ ਵੀ ਚੀਜ਼ ਵੇਖ ਲਓ, ਸਾਰੀ ਯੁਕਤੀ ਦੇ ਨਾਲ ਹੀ ਆ, ਫਾਰਮੂਲੇ ਨੇ ਸਾਰੇ। ਬਿਲਕੁਲ, ਇਹ ਗਿਆਨ ਤੋਂ ਬਿਨਾਂ ਨਿੱਜ ਸਭ ਕੁਝ ਨਹੀਂ ਹੈਗਾ। ਔਰ ਨਾਲੇ ਦੇਖ ਲਓ ਗੋਰਖੀ ਸਾਹਿਬ, ਇਹ ਜਿਹੜਾ ਹੈਗਾ, ਇਹ ਗੁਰੂ ਨਾਨਕ ਸਾਹਿਬ ਦਾ ਪਹਿਲਾ ਸ਼ਬਦ ਆਉਂਦਾ ਹੈ, ਉਹ ਮੇਰੇ ਖਿਆਲ ਰਾਮਕਲੀ ਰਾਗ ਦੇ ਵਿੱਚ ਹੀ ਹੈ। ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਉਹ ਅੰਮ੍ਰਿਤ ਤਿਆਰ ਕਰਨ ਵਾਸਤੇ ਹੀ ਦੱਸਦੇ ਆ ਕਿਸ ਤਰੀਕੇ ਦੇ ਨਾਲ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਉਹਦੇ ਵਿੱਚ ਆਉਂਦਾ ਭਾਂਡਾ ਧੋਏ ਬੈਸ ਧੂਪ ਦੇਵੋ ਤਾਓ ਦੁੱਧੇ ਕੋ ਜਾਵੋ। ਕਹਿੰਦੇ ਗੰਦਾ ਮੰਦਾ ਭਾਂਡਾ ਇੱਥੇ ਕਿੱਥੇ ਤੇਰੇ, ਜਿਹੜਾ ਦੁੱਧ ਹੀ ਖਰਾਬ ਹੋ ਜਾਣਾ ਤੇਰਾ, ਇਹਨੂੰ ਧੋਣਾ ਪੈਣਾ ਹੈ, ਮਾਂਜਣਾ ਪੈਣਾ ਹੈ, ਧਿਆਨ ਸਿਮਰਨ ਕਰਨਾ ਪੈਣਾ ਹੈ ਭਾਈ। ਭਾਂਡਾ ਧੋਏ ਬੈਸ ਧੂਪ ਦੇਵੋ ਤਾਓ ਦੁੱਧੇ ਕੋ ਜਾਵੋ। ਦੁੱਧ ਕਰਮ ਪੁੰਨ ਸੁਰਤ ਸਮਾਇਣ ਹੋਰ ਨਿਰਾਸ ਜਮਾਵੋ। ਦੁੱਧ ਕਹਿੰਦੇ ਆ ਕਰਮ ਹੁੰਦੇ ਹਨ, ਤੇਰੇ ਐਕਸ਼ਨ ਜਿਹੜੇ ਜੋ ਤੂੰ ਕਰ ਰਿਹਾ ਆ ਤਾਂ ਮਾਲਕ ਦੀ ਬਖਸ਼ਿਸ਼ ਹੋਣੀ ਹੈ। ਹੁਣ ਸੁਰਤ ਸਮਾਇਣ, ਸੁਰਤ ਦੀ ਜਾਗ ਲੱਗਣੀ ਹੈ ਉਹਦੇ ਵਿੱਚ, ਔਰ ਨਿਰਾਸ਼ ਹੋ ਕੇ ਜਮਾਉਣਾ ਪੈਣਾ ਹੈ। ਨਿਰਾਸ਼ ਕਾਲਾ ਨਹੀਂ ਵਗਣਾ, ਨਿਰਾਸ਼ ਬਿਲਕੁਲ ਸਹਿਜ ਅਵਸਥਾ ਦੇ ਵਿੱਚ ਇਹ ਗੱਲ ਬਣਨੀ ਹੈ। ਉਸੇ ਤਰੀਕੇ ਨਾਲ ਕਬੀਰ ਜੀ ਕਹਿ ਰਹੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਪਾਓ ਪਾਠੀ ਮਨ ਧਾਰਾ। ਹਾਂਜੀ ਵੀਰ ਜੀ, ਇਹ ਦੁਨਿਆਵੀ ਜਿਹੜੇ ਕੈਮੀਕਲਸ ਦਾ ਰਿਐਕਸ਼ਨ ਹੈ, ਜਿਹੜਾ ਉਹ ਫਾਰਮੂਲਾ ਹੈ, ਉਹ ਫਾਰਮੂਲੇ ਦੁਨਿਆਵੀ ਫਾਰਮੂਲੇ ਨੂੰ ਸੂਖਸ਼ਮ ਫਾਰਮੂਲੇ ਜੋ ਕੀ ਚੀਜ਼ਾਂ ਚਾਹੀਦੀਆਂ ਉਹਦਾ ਬੜਾ ਡੂੰਘਾ ਗਿਆਨ ਦੇ ਰਹੇ ਨੇ। ਹਾਂਜੀ ਕਬੀਰ ਸਾਹਿਬ, ਬਿਲਕੁਲ। ਹਾਂਜੀ ਠੀਕ ਹੈ ਜੀ। ਹੁਣ ਸੰਗਤ ਜੀ ਆਪਾਂ ਬਾਣੀ ਖੋਲਦੇ ਹਾਂ। ਗੁੜ ਕਰ ਗਿਆਨ, ਇੱਥੇ ਗਿਆਨ ਦੀ ਗੱਲ ਹੈ, ਧਿਆਨ ਦੀ ਗੱਲ ਹੈ। ਕਰਮੂਹਾ ਭਉ ਪਾਠੀ ਮਨ ਧਾਰਾ। ਠੀਕ ਹੈ, ਪਰਮੇਸ਼ਰ ਦਾ ਡਰ। ਹਾਂ, ਪਰਮਾਤਮਾ ਜਿਹੜਾ ਨਾ, ਡਰ ਦਾ ਮਤਲਬ ਪਤਾ ਹੈ ਤੁਹਾਨੂੰ? ਇਹਨੂੰ ਕਹਿੰਦੇ ਡਰ। ਇੱਕ ਤੇ ਪਿਓ ਦਾ ਡਰ ਹੁੰਦਾ, ਪਿਓ ਦਾ ਡਰ ਹੈ, ਪਿਓ ਘਰੇ ਆ ਗਿਆ, ਆਪਾਂ ਇੱਕਦਮ ਸ਼ਾਂਤ ਹੋ ਜਾਂਦੇ ਹਾਂ, ਰੌਲਾ ਨਹੀਂ ਪਾਉਂਦੇ, ਟੀਵੀ ਬੰਦ ਕਰ ਦਈਦਾ, ਮੋਬਾਈਲ ਸਾਈਡ ਤੇ ਰੱਖ ਦਈਦਾ। ਉਹ ਡਰ ਨਕਲੀ ਡਰ ਹੈ। ਪਰਮਾਤਮਾ ਦਾ ਡਰ ਇਹ ਹੈ ਕਿ ਤੁਹਾਡੇ ਲਾਗੇ ਕੋਈ ਹੈ ਕਿ ਨਹੀਂ ਹੈ। ਤੁਹਾਡੇ ਜੀਵਨ ਦੇ ਵਿੱਚ ਇੱਕ ਧਰਮ ਰੂਪੀ ਜਿਹੜਾ ਉਹ ਇੱਕ ਪਿੱਲਰ ਜ਼ਰੂਰੀ ਆ। ਇੱਕ ਜਿਹਨੂੰ ਕਹਿੰਦੇ ਨਾ, ਜਿੱਦਾਂ ਧਰਮ ਦਾ ਮਤਲਬ ਕੀ ਹੈ? ਜੋ ਸਹੀ ਉਹ ਕਰਨਾ। ਬਿਲਕੁਲ। ਦੇਖੋ ਗੋਰਖੀ ਸਾਹਿਬ, ਛੋਟਾ ਜਿਹਾ ਐਗਜ਼ਾਮਪਲ ਆ ਇੱਥੇ, ਜੇ ਇਹਨਾਂ ਦੇਸ਼ਾਂ ਦੇ ਵਿੱਚ, ਅਮਰੀਕਾ ਕੈਨੇਡਾ ਵਗੈਰਾ ਦੇ ਵਿੱਚ ਜਿਹੜਾ ਹੈਗਾ, ਇਹ ਗੱਡੀ ਚੱਲਦੀ ਆ, ਦੇਖੋ ਰਾਤ ਨੂੰ ਕੋਈ 12 ਵਜੇ 2 ਵਜੇ ਵੀ ਜਿਹੜਾ ਹੈਗਾ, ਕੋਈ ਜਿਹੜਾ ਸਟਾਪ ਸਾਈਨ 'ਤੇ ਆਊਗਾ ਅਤੇ ਜਾਂ ਸਿਗਨਲ 'ਤੇ ਆਊਗਾ, ਉਹ ਬਿਲਕੁਲ ਉੱਥੇ ਰੋਕ ਕੇ ਜਾਂਦਾ ਹੈ ਗੱਡੀ। ਕੋਈ ਦੇਖ ਨਹੀਂ ਰਿਹਾ, ਜੰਪ ਕਰ ਸਕਦੇ ਹਾਂ ਸਟਾਪ ਸਾਈਨ ਨੂੰ, ਕਿਹੜਾ ਦੇਖ ਰਿਹਾ? ਆਪਾਂ ਇਕੱਲੇ ਹੀ ਹੈਗੇ, ਹੋਰ ਕੋਈ ਹੈ ਹੀ ਨਹੀਂ ਹੈ। ਪਰ ਫਿਰ ਵੀ ਜਿਹੜਾ ਹੈਗਾ, ਦੇਖੋ ਇੱਥੇ ਮੈਕਸੀਮਮ ਜਿਹੜੇ ਲੋਕ ਹੈ ਇਸ ਤਰ੍ਹਾਂ ਰੂਲ ਫਾਲੋ ਕਰਦੇ ਆ। ਇਹਨੂੰ ਕਹਿੰਦੇ ਆ ਭਾਈ ਇਹ ਭਾਓ ਜਿਹੜਾ ਇਸ ਤਰ੍ਹਾਂ ਪਰਮਾਤਮਾ ਦਾ ਪੈ ਲੈਣਾ। ਹਾਂਜੀ ਵੀਰ, ਕੋਈ ਹੈ ਜਾਂ ਨਹੀਂ ਹੈ, ਉਹਦੇ ਨਾਲ ਕੁਝ ਵੀ ਫਰਕ ਨਹੀਂ ਪੈਂਦਾ। ਹੁਣ ਦੇਖੋ, ਔਰ ਜਦੋਂ ਅਸੀਂ ਧੱਕਾ ਕਰਦੇ ਹਾਂ ਤੇ ਉਦੋਂ ਤੇ ਅਸੀਂ ਇਹ ਸੋਚਦੇ ਹਾਂ ਕਿ ਅਗਲਾ ਕਮਜ਼ੋਰ ਤੇ ਆ ਜਾਂ ਉਹਨੂੰ ਨਹੀਂ ਪਤਾ। ਭਾਉ ਦਾ ਮਤਲਬ ਬੜਾ ਵੱਡੀ ਗੱਲ ਆ। ਤੁਸੀਂ ਕਿਸੇ ਨੂੰ ਗਲਤ ਨਹੀਂ ਬੋਲ ਸਕਦੇ, ਤੁਸੀਂ ਕਿਸੇ ਦੀ ਚੁਗਲੀ ਨਹੀਂ ਕਰ ਸਕਦੇ, ਨਿੰਦਿਆ ਨਹੀਂ ਕਰ ਸਕਦੇ, ਕਿਸੇ ਤੇ ਦੁਸ਼ਮਣਬਾਜ਼ੀ ਨਹੀਂ ਲਾ ਸਕਦੇ। ਭਾਉ ਦਾ ਮਤਲਬ ਕਿ ਤੁਹਾਨੂੰ ਪਤਾ ਹੈ ਕਿ ਜੀਵਨ ਦੀ ਸੋਝੀ ਕੀ ਹੈ। ਵੈਸੇ ਆ ਜਿਹੜਾ ਜੀਵਨ ਕਹਿੰਦੇ ਨਾ ਬ੍ਰਹਮ ਗਿਆਨੀ ਅਵਸਥਾ, ਬੜੀ ਉੱਚੀ ਅਵਸਥਾ ਤੇ ਬੜੀ ਸੁਥਰੀ ਤੇ ਪਵਿੱਤਰ ਅਵਸਥਾ ਹੈ ਉਹ। ਜਦੋਂ ਤੁਸੀਂ ਆਪਣੇ ਆਪ ਨੂੰ ਸੈੱਟ ਕਰ ਲਿਆ ਨਾ, ਦੇਖੋ ਸੈੱਟ ਕਰਨ ਦਾ ਮਤਲਬ ਕੀ ਹੈ? ਸਾਡੇ ਕੋਲ ਟੁੱਟਾ ਭੱਜਾ ਰੇਡੀਓ ਆ, ਅਸੀਂ ਉਹਦੀ ਫਰੀਕੁਐਂਸੀ ਖਰਾਬ ਕੀਤੀ ਹੋਈ ਆ, ਉਹਦੇ ਚੈਨਲ ਲਾਏ ਨੇ। ਜਦੋਂ ਦੂਰਦਰਸ਼ਨ ਤੋਂ ਜਿਹੜਾ ਸਿਗਨਲ ਆਉਂਦਾ ਹੈ, ਉਹ ਇੱਕ ਸਿਗਨਲ ਹੈ ਧਿਆਨ ਦਾ। ਦੇਖੋ ਧਿਆਨ ਦਾ ਸਿਗਨਲ ਬ੍ਰਹਮ ਦੇ ਵਿੱਚ ਹੈਗਾ, ਕਿਉਂਕਿ ਪ੍ਰਮਾਤਮਾ ਖੁਦ ਧਿਆਨ ਦੇ ਵਿੱਚ ਲੀਨ ਹੈ। ਬਿਲਕੁਲ। ਦੇਖੋ ਪ੍ਰਮਾਤਮਾ ਨਾਲ ਗੱਲ ਕਰਨ ਦੀ ਇੱਕੋ ਹੀ ਵਿਧੀ ਹੈਗੀ ਆ। ਪ੍ਰਮਾਤਮਾ ਚੁੱਪ ਬੈਠਾ, ਆਪਾਂ ਰਿਕੁਆਇਰਮੈਂਟ ਪੂਰੀ ਕਰ ਦਈਏ ਤੇ ਸਾਡੇ ਚ ਤੇ ਪ੍ਰਮਾਤਮਾ ਚ ਕੋਈ ਭੇਦ ਨਹੀਂ। ਪ੍ਰਮਾਤਮਾ ਦੀ ਲੈਂਗੁਏਜ ਹੈਗੀ ਆ ਚੁੱਪ। ਉਹ ਕਹਿੰਦਾ ਭੋਲਿਆ ਮੈਂ ਵੀ ਚੁੱਪ ਬੈਠਾ, ਤੂੰ ਵੀ ਚੁੱਪ ਹੋ ਜਾ। ਗਤੀ ਜਿਹੜੀ ਹੋ ਰਹੀ ਆ ਪ੍ਰਕਿਰਤੀ ਚ ਹੋ ਰਹੀ ਆ, ਪ੍ਰਕਿਰਤੀ ਦੇ ਅੰਦਰ ਸਾਰਾ ਰੌਲਾ ਹੈ, ਪਰ ਪ੍ਰਮਾਤਮਾ ਚ ਕੋਈ ਰੌਲਾ ਨਹੀਂ।
ਤੁਸੀਂ ਉਦੋਂ ਜਾਣੋਗੇ ਜਦੋਂ ਤੁਸੀਂ ਨਿਰਵਿਚਾਰ ਹੋ ਜਾਓਗੇ। ਤੁਹਾਨੂੰ ਖੁਦ ਪਤਾ ਲੱਗ ਜਾਣਾ ਪਰਮਾਤਮਾ ਤਾਂ ਸੁਣ 'ਚ ਬੈਠਾ। ਸੁਣ ਦਾ ਮਤਲਬ ਕੀ ਹੈ? ਸੁਣ ਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦੇ ਅੰਦਰ ਕੁਝ ਹੋ ਨਹੀਂ ਰਿਹਾ। ਸੁਣ ਦਾ ਮਤਲਬ ਕਿ ਇੰਨਾ ਜ਼ਿਆਦਾ ਸੁਖਮ ਆ, ਉੱਥੇ ਕੋਈ ਜਾ ਹੀ ਨਹੀਂ ਸਕਦਾ। ਵਿਚਾਰ ਜਿਹੜੇ ਸੰਸਾਰ ਦੇ ਹੈਗੇ ਆ, ਗਤੀ ਜਿਹੜੀ ਹੈ ਸੰਸਾਰ ਦੇ ਵਿੱਚ ਹੈਗੀ ਆ। ਆਹ ਤੇ ਤੁਹਾਡੇ ਅੰਦਰ ਅੱਖਰਾਂ ਦੀ ਪ੍ਰੋਗਰਾਮਿੰਗ ਆ। ਹੁਣ ਤੁਸੀਂ ਕੀ ਕਰਦੇ ਫਿਰਦੇ ਜੋ? ਕੁਛ ਵੀ ਨਹੀਂ। ਅੰਦਰ ਤੁਹਾਡੇ ਕਾਗਜ਼ ਹੀ ਹੈਗੇ, ਬੜੇ ਪਾਟੇ ਨੋਟ ਹੈਗੇ, ਉਹਨੂੰ ਆਪਾਂ ਚਲਾਈ ਜਾਂਦੇ ਹਾਂ, ਜੀਵਨ ਭਰ ਚਲਾਉਂਦੇ ਆਪਾਂ। ਵਿਚਾਰ ਸਾਡੇ ਅੰਦਰ ਚੱਲਦੇ ਨੇ। ਹੁਣ ਜਿੱਦਾਂ ਦੇ ਵਿਚਾਰ ਜੇ ਉਦਾਂ ਦਾ ਸਾਡਾ ਜੀਵਨ ਬਣ ਜਾਣਾ। ਤੁਸੀਂ ਚੰਗੇ ਵਿਚਾਰ ਕਰੋਗੇ ਤੇ ਤੁਹਾਡੇ ਜੀਵਨ 'ਚ ਚੰਗਿਆਈ ਆਈ ਜਾਵੇਗੀ। ਪਰ ਇਹ ਆਮ ਤੌਰ ਤੇ ਆਪਾਂ ਜਿੱਦਾਂ ਸੋਚਦੇ ਹਾਂ। ਪਰ ਜੇ ਤੁਸੀਂ ਧਾਰਮਿਕ ਗ੍ਰੰਥ ਪੜ੍ਹਦੇ ਜੋ, ਉਹ ਕਹਿੰਦੇ ਕਿ ਭਾਵੇਂ ਤੇਰੇ ਚਿੱਤ ਦੇ ਵਿੱਚ ਚੰਗੇ ਵਿਚਾਰ ਚੱਲਦੇ ਆ ਨਾ, ਇਹਦਾ ਮਤਲਬ ਤੇਰਾ ਚਿੱਤ ਜਿਹੜਾ ਅਜੇ ਵੀ ਬਿਮਾਰ ਹੈ। ਕਿਉਂਕਿ ਅੰਦਰ ਗਤੀ ਹੋ ਰਹੀ ਹੈ, ਕੋਈ ਵੀ ਚੀਜ਼ ਚੱਲ ਰਹੀ ਹੈ, ਉਹ ਮਤਲਬ ਚੱਲ ਰਹੀ ਹੈ ਨਾ, ਤੂੰ ਤੇ ਨਹੀਂ ਨਾ ਚਲਾ ਰਿਹਾ। ਬੜਾ ਫਰਕ ਹੈ ਸਾਧ ਸੰਗਤ ਜੀ। ਇੱਕ ਤੇ ਚੀਜ਼ ਮੈਂ ਚਾਲੂ ਕੀਤੀ, ਹੁਣ ਇੱਥੇ ਪੱਖਾ ਵਾ, ਮੈਂ ਬੰਦ ਕੀਤਾ ਵਾ, ਹੁਣ ਇਹ ਮੇਰੀ ਮਰਜ਼ੀ ਹੈ। ਜਦੋਂ ਮੇਰਾ ਦਿਲ ਕਰੂ ਮੈਨੂੰ ਚਾਲੂ ਕਰਾਂ। ਪਰ ਇਹ ਜੇਕਰ ਸਾਡੇ ਅੰਦਰ ਜਿਹੜਾ ਕੰਟਰੋਲ ਹੀ ਨਹੀਂ ਆ, ਸਾਡੇ ਕੰਟਰੋਲ ਤੋਂ ਬਿਨਾਂ ਕੋਈ ਚੀਜ਼ ਚੱਲ ਰਹੀ ਆ, ਇਹਦਾ ਮਤਲਬ ਕੋਈ ਚੰਗੀ ਚੀਜ਼ ਥੋੜੀ ਹੈਗੀ। ਬਿਲਕੁਲ। ਇਹਦਾ ਮਤਲਬ ਕਾਰ ਆ, ਹੁਣ ਕਾਰ ਆ, ਮੈਂ ਚਾਲੂ ਕਰਾਂ, ਠੀਕ ਹੈ, ਮੇਰਾ ਮਰਜ਼ੀ, ਮੈਂ ਬੰਦ ਕਰ ਦਾਂ, ਉਹ ਮੇਰਾ ਕੰਟਰੋਲ ਆ। ਪਰ ਜਿਹੜਾ ਮੇਰੇ ਅੰਦਰ ਚੇਤੇ ਆ, ਜਿਹੜਾ ਮੇਰਾ ਚੱਲਣ ਦਿਆ ਵਾ, ਜਿਹਦੇ ਅੰਦਰ ਲਗਾਤਾਰ ਗਤੀ ਹੋ ਰਹੀ ਆ, ਇਹਦਾ ਮਤਲਬ ਜੇ ਮੇਰੇ ਅੰਦਰ ਇੰਨੀ ਗਤੀ ਚੱਲ ਰਹੀ ਹੈ ਤੇ ਮੇਰਾ ਉੱਤੇ ਕੰਟਰੋਲ ਨਹੀਂ ਹੈ। ਬਿਲਕੁਲ। ਜੇ ਚੰਗੇ ਵਿਚਾਰ ਵੀ ਹੈਗੇ ਗੋਰਖੀ ਸਾਹਿਬ, ਚੰਗੇ ਵਿਚਾਰ ਵੀ ਹੈਗੇ ਆ, ਤਾਂ ਵੀ ਉਹ ਵਿਚਾਰ ਹੀ ਹੈਗੇ ਆ। ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਸੁੰਨ ਮੰਡਲ ਦੇ ਵਿੱਚ ਨਹੀਂ ਜਾਣ ਦੇਣਾ। ਭਾਵੇਂ ਚੰਗੇ ਵਿਚਾਰ ਲੈ ਰਹੇ ਆਪਾਂ, ਲੈ ਤਾਂ ਵਿਚਾਰ ਹੀ ਰਹੇ ਆ ਨਾ ਆਪਾਂ। ਹਾਂਜੀ ਵੀਰ ਜੀ। ਹਾਂ, ਵਿਚਾਰ ਦਾ ਮਤਲਬ ਹੀ ਹੈ ਕਿ ਆਪਣੀ ਹੋਂਦ ਨੂੰ ਬਣਾਈ ਰੱਖਣਾ। ਤੇ ਉੱਥੇ ਆਪਾਂ ਇਹ ਚੀਜ਼ ਨੂੰ ਸਮਝੀਏ। ਹੁਣ ਕਿਤੇ ਗੁੜ ਕਰ ਗਿਆਨ, ਹੁਣ ਗਿਆਨ ਦਾ ਗੁੜ ਪਾਉਣਾ। ਦੇਖੋ, ਗਿਆਨ ਦੇ ਗੁੜ ਤੋਂ ਬਿਨਾਂ ਤੇ ਗੱਲ ਕੁਛ ਬਣ ਹੀ ਨਹੀਂ। ਹੁਣ ਗਿਆਨ ਤੋਂ ਬਿਨਾਂ ਤੁਹਾਡਾ ਜੀਵਨ ਕਿਸੇ ਕੰਮ ਦਾ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਗਿਆਨ ਤੋਂ ਬਿਨਾਂ ਤੁਹਾਡਾ ਜੀਵਨ ਏਦਾਂ ਜੇ ਬਿਨਾਂ ਦੀਪਕ ਦੇ ਤੁਸੀਂ ਤੁਰੇ ਫਿਰਨਾ। ਬਸ ਐਵੇਂ ਕਮਰੇ 'ਚ ਦੇਖ ਲਓ, ਕਮਰੇ 'ਚ ਹਨੇਰੇ 'ਚ ਤੁਰੇ ਫਿਰ ਰਹੇ ਆ, ਬਸ ਠੇਡੇ ਖਾਈ ਜਾ ਰਹੇ ਆ। ਕਦੀ ਗੋਡੇ ਭੰਨਦੇ ਆ, ਕਦੀ ਸਿਰ ਭੱਜਦਾ। ਜਿਹਦੇ ਕੋਲ ਗਿਆਨ ਨਹੀਂ ਹੈਗਾ, ਜਿਹਦੇ ਕੋਲ ਗਿਆਨ ਦੀਆਂ ਅੱਖਾਂ ਹੀ ਨਹੀਂ ਹੈਗੀਆਂ, ਉਹਦਾ ਕਾਹਦਾ ਜੀਵਨ ਹੈ? ਦੱਸੋ ਮੈਨੂੰ, ਹੈਗਾ ਕਿ ਜੀਵਨ? ਇਹ ਦੇਖੋ, ਕੱਲੀ ਭਗਤੀ ਵੀ ਨਹੀਂ ਗੱਲ ਬਣਦੀ, ਇਹ ਬੜਾ ਕੁਝ ਹੈਗਾ ਜੇ। ਭਗਤੀ ਵੀ ਚਾਹੀਦੀ, ਗਿਆਨ ਮਾਰਗ, ਕਰਮ ਮਾਰਗ, ਭਗਤੀ ਮਾਰਗ, ਇਹ ਤਿੰਨੇ ਮਾਰਗ ਜਦੋਂ ਇਕੱਠੇ ਚੱਲਦੇ ਨਾ, ਜਿੱਦਾਂ ਉੱਥੇ ਦੱਸਿਆ ਨੀ, ਜਮਨਾ, ਗੰਗਾ, ਸਰਸਵਤੀ, ਤਿੰਨੋਂ ਪ੍ਰਾਗ ਦੇ ਵਿੱਚ ਮਿਲਣ ਹੁੰਦਾ ਇਹਨਾਂ ਦਾ। ਹਾਂ, ਬਿਲਕੁਲ ਸਹੀ ਗੱਲ ਹੈ। ਤਿੰਨੋਂ ਜ਼ਰੂਰੀ ਹੈਗੇ। ਉਸੇ ਤਰ੍ਹਾਂ ਤੁਹਾਡੇ ਅੰਦਰ ਤਿੰਨ ਨਦੀਆਂ ਨੇ, ਈੜਾ, ਪਿੰਗਲਾ, ਸੁਖਮਣਾ, ਇਹ ਇਕੱਠੀਆਂ ਹੁੰਦੀਆਂ ਨੇ। ਰਜੋ, ਤਮੋ, ਸਤੋ ਗੁਣ ਇਕੱਠੇ ਹੁੰਦੇ ਨੇ। ਸਾਰਾ ਕੁਝ ਬਹੁਤ ਹੈ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਇਹ ਜਦੋਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਦੋਂ ਗੱਲ ਬਣਦੀ ਆ। ਉਸ ਤੋਂ ਬਾਅਦ ਕੀ ਮਿਲਦਾ ਵਾ? ਧਿਆਨ। ਉਹਨਾਂ 'ਚ ਧਿਆਨ ਨਹੀਂ ਹੈ। ਜੇ ਇਹ ਤਿੰਨੇ ਕਰੰਟਾਂ ਦੇ ਵਿੱਚ ਗੜਬੜ ਹੈ ਨਾ, ਤੇ ਤੁਹਾਡੇ ਅੰਦਰ ਗਤੀ ਚੱਲ ਰਹੀ ਆ। ਹੁਣ ਤਿੰਨੇ ਜਦੋਂ ਇਕੱਠੇ ਹੋ ਗਏ ਤੇ ਫਿਰ ਅੰਦਰ ਜਿਹੜੀ ਆ, ਫਿਰ ਅੰਦਰ ਸਾਡੇ ਅੰਦਰ ਇੱਕ ਧਿਆਨ ਰੂਪੀ ਇੱਕ ਅਵਸਥਾ ਬਣਦੀ ਆ। ਜਦੋਂ ਤੁਸੀਂ ਇਹ ਦੇਖੋ, ਤੁਸੀਂ ਬੈਠੇ ਔਰ ਤੁਹਾਡੇ ਚਿੱਤ 'ਚ ਕੋਈ ਤਰੰਗ ਨਹੀਂ ਆ, ਉਹਨੂੰ ਕਹਿੰਦੇ ਧਿਆਨ। ਬੜੀ ਸ਼ੁੱਧ ਅਵਸਥਾ ਹੈ, ਉਹ ਸ਼ੁੱਧ ਹੈ ਜੀ। ਅੱਛਾ, ਧਿਆਨ 'ਚ ਪ੍ਰਵੇਸ਼ ਕੀਤਾ, ਇਹ ਤੁਹਾਡਾ ਸਮਾਧੀ 'ਚ ਪ੍ਰਵੇਸ਼ ਨਹੀਂ ਹੋਇਆ ਜੋ। ਇਹ ਚੀਜ਼ ਨੂੰ ਥੋੜਾ ਨੋਟਿਸ ਕਰਿਓ। ਮੈਂ ਫੇਰ ਕਹਿਣਾ, ਸਭ ਕੁਝ ਸ਼ਾਂਤ ਹੋ ਗਿਆ, ਇੱਕਦਮ ਸ਼ਾਂਤ, ਇੱਕਦਮ ਬ੍ਰੇਕ ਵੱਜ ਗਈ ਆ, ਕੋਈ ਗਤੀ ਨਹੀਂ ਹੋ ਰਹੀ। ਇੱਕਦਮ ਆਪਣੇ ਆਪ ਤੇ ਅਸੀਂ ਅਸਤ ਹੋ ਗਏ ਆ। ਸਵੈ ਅਸਤ ਕਹਿੰਦੇ ਆਪਾਂ ਇਹਨੂੰ। ਜਿੱਦਾਂ ਸੂਰਜ ਅਸਤ ਹੋ ਜਾਂਦਾ ਨਾ, ਉਸੇ ਤਰ੍ਹਾਂ ਤੁਹਾਡਾ ਜਿਹੜਾ ਚੇਤਨਾ ਦਾ ਦੀਪਕ ਹੈ, ਉਹਨੇ ਆਪਣੇ ਆਪ ਚ ਅਸਤ ਹੋ ਜਾਣਾ। ਸਭ ਕੁਛ ਰੋਕ ਗਿਆ, ਤੁਹਾਡਾ ਧਿਆਨ ਚ ਪ੍ਰਵੇਸ਼ ਹੋਇਆ। ਤੁਸੀਂ ਪਹਿਲੀ ਰਿਕੁਆਇਰਮੈਂਟ ਪੂਰੀ ਕੀਤੀ ਹੈ ਜੇ, ਅਜੇ ਸਮਾਧੀ ਤੱਕ ਨਹੀਂ ਪਹੁੰਚੇ ਤੁਸੀਂ। ਹੁਣ ਇਸ ਤੋਂ ਅੱਗੇ ਤੁਹਾਨੂੰ ਸਮਾਧੀ ਮਿਲਣੀ ਆ। ਜਦੋਂ ਤੁਹਾਡਾ ਧਿਆਨ ਪੱਕ ਗਿਆ, ਫਿਰ ਤੁਸੀਂ ਦੇਖੋਗੇ ਕਿ ਧਿਆਨ ਦੇ ਵਿੱਚ ਬੈਠੇ 5-10 ਮਿੰਟ ਬਾਅਦ ਤੁਹਾਡੀ ਸੁਰਤੀ ਨੇ ਸ਼ੂਟ ਕਰਨਾ ਹੈ, ਚੜ੍ਹਨਾ ਇਹਨੇ ਜਹਾਜ਼ ਵਾਂਗੂ। ਕਿਉਂਕਿ ਹਜੇ ਤੁਸੀਂ ਬੋਰਡਿੰਗ ਪਾਸ ਹੀ ਲਿਆ ਵਾ। ਨਿਜਰ ਸਾਹਿਬ, ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ। ਹਾਂ, ਹਜੇ ਤੁਸੀਂ ਪਲੇਨ ਤੇ ਨਹੀਂ ਬੈਠੇ, ਬੋਰਡਿੰਗ ਪਾਸ ਲੈ ਕੇ
ਆਪਾਂ ਕਿੱਥੇ 에ਅਰਪੋਰਟ ਤੇ ਬੈਠੇ, ਪਰ ਰਿਕੁਆਇਰਮੈਂਟ ਪੂਰੀ ਹੋ ਗਈ ਹੈ, ਬਾਹਰ ਦੀ ਚੈਕਿੰਗ ਹੋ ਗਈ ਹੈ, ਲਗੇ ਸਾਡਾ ਚੈੱਕ ਹੋ ਗਿਆ, ਪਤਾ ਲੱਗ ਗਿਆ ਇਹਨਾਂ ਦੇ ਬੈਗ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਕੁਝ ਵੀ ਨਹੀਂ ਹੈਗਾ। ਵਾਹ। ਬੈਗ ਪੂਰਾ ਚੈੱਕ ਹੋ ਗਿਆ 에ਅਰਪੋਰਟ ਤੇ, ਸਭ ਕੁਝ, ਐਵਰੀਥਿੰਗ ਕਲੀਅਰ, ਤੁਹਾਡੇ ਬੋਰਡਿੰਗ ਪਾਸ ਤੇ ਸਟੈਂਪ ਵੱਜ ਚੁੱਕੀ ਆ, ਯੂ ਆਰ ਰੈਡੀ ਟੂ ਫਲਾਈ। ਹੁਣ ਕੋਈ ਡਰ ਨਹੀਂ, ਡਰ ਖਤਮ ਹੋ ਚੁੱਕਿਆ। ਹੁਣ ਬਸ ਕਿੱਥੇ ਬੈਠੇ ਜੋ, ਧਿਆਨ ਚ ਬਹਿ ਗਏ ਜੋ, ਕਿੱਥੇ ਵੇਟਿੰਗ ਰੂਮ ਚ ਚੈੱਕ ਇਨ ਹੋ ਚੁੱਕੀ ਹੈ, ਅਜੇ ਤੇ ਤਿਆਰੀ ਹੋਈ ਹੈ। ਉਸ ਤੋਂ ਬਾਅਦ ਜਹਾਜ਼ 'ਚ ਬਹਿਣਾ। ਕਿਹੜਾ ਜਹਾਜ਼? ਇਹ ਧਿਆਨ ਨੇ ਤੁਹਾਨੂੰ ਸਮਾਧੀ 'ਚ ਲੈ ਕੇ ਜਾਣਾ। ਸਮਾਧੀ ਦਾ ਮਤਲਬ ਜਦੋਂ ਧਰਤੀ ਤੋਂ ਆਪਾਂ ਉੱਠ ਜਾਂਦੇ ਹਾਂ, ਉੱਥੇ ਧਰਤੀ ਤੋਂ ਉੱਠਦੇ ਹਾਂ, ਇੱਥੋਂ ਆਪਾਂ ਰਜੋ ਤਮੋ ਸਤੋ ਗੁਣ ਚੋਂ ਨਿਕਲ ਕੇ ਸਮਾਧੀ 'ਚ ਚੱਲ ਜਾਂਦੇ ਹਾਂ। ਉੱਥੇ ਚੱਲ ਜਾਂਦੇ ਹਾਂ ਜਿੱਥੇ ਬ੍ਰਹਮ ਬੈਠਾ। ਵਾਹ, ਬੜੀ ਜ਼ਬਰਦਸਤ ਚੀਜ਼। ਪਰ ਰਿਕੁਆਇਰਮੈਂਟ ਹੈਗੀ ਆ। 에ਅਰਪੋਰਟ ਤੇ ਗੰਦਮੰਦ ਤੁਹਾਡੇ ਨਾਲ ਨਹੀਂ ਜਾ ਸਕਦਾ, ਚਾਕੂ ਚੂਕੂ ਛੁਰੀਆਂ ਕੁਛ ਨਹੀਂ ਲੈ ਕੇ ਜਾ ਸਕਦੇ। ਇੱਥੇ ਵੀ ਹੈਗਾ ਜੀ, ਇੱਥੇ ਵੀ ਗੰਦਮੰਦ ਨਹੀਂ ਨਾਲ ਜਾਣ ਦਿੰਦਾ, ਕਿਉਂਕਿ ਇਹ ਜਿਹੜਾ ਗੰਦਮੰਦ ਆ ਇਹ ਧਿਆਨ ਦੇ ਵਿੱਚ ਨਸ਼ਟ ਕਰਨਾ ਪਊਗਾ ਤੁਹਾਨੂੰ। ਧਿਆਨ ਦੀ ਇੱਕ ਕਲਾਸ ਆ, ਜਿੱਦਾਂ ਸਭ ਕਲਾਸਾਂ ਵਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਹਿੰਦੇ ਜੀ ਬਈ ਧਿਆਨ ਨਾਲ ਅਸੀਂ ਬੈਠ ਜਾਂਦੇ ਹਾਂ, ਵਿਚਾਰ ਬੰਦ ਹੋ ਜਾਂਦੇ ਆ, ਫਿਰ ਚਾਲੂ ਹੋ ਜਾਂਦੇ ਆ। ਭਾਈ ਇਹੀ ਕਰੀ ਜਾਣਾ ਹੈ, ਬਸ ਇਸੇ ਨੇ ਸਾਰਾ ਕੁਝ ਕਰ ਦੇਣਾ। ਇਹ ਵੀਰ ਜੀ ਨੇ ਬਹੁਤ ਵਧੀਆ ਫਾਰਮੂਲਾ ਦਿੱਤਾ, ਬਹੁਤ ਆਨੰਦ, ਬਹੁਤ ਵਧੀਆ ਫਾਰਮੂਲਾ। ਹਾਂਜੀ, ਆਹ ਤੇ ਜਦੋਂ ਤੁਹਾਡੀ ਚੈੱਕ ਇਨ ਹੋ ਗਏ, ਬੈਗ ਉਹ ਕਲੀਅਰ ਆ, ਫਿਰ ਜਾ ਕੇ ਬੈਠੋ ਤੇ ਧਿਆਨ ਤੁਹਾਡਾ ਸਿੱਧਾ ਹੋ ਗਿਆ। ਧਿਆਨ ਜਿੱਥੇ ਬੈਠੇ ਜੋ ਸਮਾਧੀ 'ਚ ਸਾਡਾ ਕੋਈ ਧਿਆਨ ਤੱਕ ਤੁਸੀਂ ਜਾ ਸਕਦੇ ਜੋ, ਇੰਨੀ ਗਰੰਟੀ ਆ। ਬਿਲਕੁਲ। ਅੱਗੇ ਚੇਸਟਾ ਨਹੀਂ ਕੋਈ ਕਰ ਸਕਦੇ, ਅੱਗੇ ਤਾਂ ਉਹਦੇ ਆਪ ਲਿਜਾਣਾ, ਤੁਸੀਂ ਬੈਠਣਾ ਹੀ ਹੈ ਨਾ ਵੀਰ ਜੀ। ਹਾਂ, ਅਗਲੇ ਬੰਨੇ ਤੁਸੀਂ ਬੋਰਡਿੰਗ ਹੱਥ 'ਚ ਫੜਿਆ ਨਾ ਤੇ ਸਮਝ ਲਓ ਕਿ ਤੁਹਾਡਾ ਕੰਮ ਹੋਇਆ ਹੀ ਆ। ਉਹਨਾਂ ਨੇ ਕਹਿਣਾ ਵੀ ਤੁਹਾਡੀ ਫਲੈਟ ਆ ਗਈ, ਆ ਜਾਓ। ਨਿੱਜਰ ਸਾਹਿਬ, ਬਿਲਕੁਲ, ਬਹੁਤ ਵਧੀਆ ਜੀ। ਅਨਾਉਂਸਮੈਂਟ ਹੁੰਦੀ ਹੈ ਨਾ ਕਿ ਫਲੈਟ ਆ ਗਈ ਹੈ ਤੁਹਾਡੀ, ਠੀਕ ਹੈ। ਤੁਸੀਂ ਬੋਰਡਿੰਗ ਹੀ ਰੈਡੀ ਹੈਗੇ ਜੇ, ਜਿੰਨਾ ਕੋਈ ਇੰਨੇ ਨੰਬਰ ਹੈਗੇ ਆ ਜਾਓ। ਇਸੇ ਤਰ੍ਹਾਂ ਸਮਾਧੀ ਦੇ ਵਿੱਚ ਜਦੋਂ ਸਾਡਾ ਪ੍ਰਵੇਸ਼ ਹੁੰਦਾ ਹੈ, ਬਕਾਇਦਾ ਪ੍ਰਕਿਰਤੀ ਜਿਹੜੀ ਆ ਉਹ ਕਹਿੰਦੀ ਹੈ ਕਿ ਇਹ ਬੰਦਾ ਕਲੀਨ ਆ, ਇਹਨੂੰ ਜਾਣ ਦਿਓ, ਇਹਨੂੰ ਜਾਣ ਦਿਓ। ਕੋਈ ਨਹੀਂ ਰੋਕਦਾ ਉੱਥੇ। ਤੁਸੀਂ ਦੇਖਿਆ, ਰੋਕਦੇ ਨਹੀਂ, ਕੇਵਲ ਪੁੱਛਦੇ ਹੀ ਆ ਤੁਹਾਡੇ ਕੋਲ ਪਾਸ ਹੈਗਾ ਨਾ, ਤੁਸੀਂ ਕਹਿੰਦੇ ਹਾਂ ਪਾਸ ਹੈਗਾ, ਸਟੈਂਪ ਸਟੰਪ ਵੱਜੀ ਆ, ਸਭ ਕੁਝ ਓਕੇ ਰਿਪੋਰਟ ਹੈ। ਉੱਥੇ ਥੋੜੀ ਕੋਈ ਚੈੱਕ ਕਰਦਾ ਤੁਹਾਡਾ ਸਮਾਨ। ਜੋ ਹੋਣਾ ਸੀ ਹੋ ਚੁੱਕਿਆ, ਧਿਆਨ ਦੀ ਅਵਸਥਾ 'ਚ ਸੀ। ਹੁਣ ਤੇ ਬਸ ਸਮਾਧੀ ਦੇ ਵਿੱਚ। ਸਮਾਧੀ ਦਾ ਮਤਲਬ ਟੇਕ ਆਫ, ਜਹਾਜ਼ ਤੇ ਰਿਕੁਆਇਰਮੈਂਟ ਪੂਰੀ ਹੋ ਚੁੱਕੀ ਆ, ਅਸੀਂ ਰੈਡੀ ਆ ਬ੍ਰਹਮ ਦੇ ਵਿੱਚ ਜਾਣਾ। ਉਸ ਅਵਸਥਾ ਦੇ ਵਿੱਚ ਜਦੋਂ ਤੁਸੀਂ ਬ੍ਰਹਮ ਦੇ ਵਿੱਚ ਜਾਂਦੇ ਜੋ, ਤੇ ਫਿਰ ਤੁਹਾਨੂੰ ਬ੍ਰਹਮ ਵਰਗਾ ਹੀ ਹੋਣਾ ਪਊਗਾ, ਠੀਕ ਹੈ। ਔਰ ਜਦੋਂ ਆਪਾਂ ਉੱਥੇ ਪਹੁੰਚ ਜਾਂਦੇ ਆ, ਇਹੋ ਚੀਜ਼ ਦੀ ਗੱਲ ਕਰਦੇ ਆ। ਮੇਰੇ ਸਭ ਅਗਲੀ ਤੁਕ ਬੋਲੋ। ਸੁਖਮਨ ਨਾਰੀ ਸਹਿਜ ਸਮਾਨੀ, ਪੀਵੈ ਪੀਵਨ ਹਾਰਾ। ਸੁਖਮਨ ਨਾਰੀ ਦੇ ਵਿੱਚ ਸੁਰਤ ਸਮਾ ਜਾਂਦੀ ਹੈ ਭਾਈ, ਤਾਂ ਅੰਮ੍ਰਿਤ ਪੀਣ ਨੂੰ ਮਿਲਦਾ। ਹਾਂ, ਹੁਣ ਆ ਗਈ ਨਾ ਗੱਲ, ਉੱਥੇ ਜਹਾਜ਼ ਚੜ ਚੁੱਕਿਆ। ਸੁਖਮਨ ਨਾੜੀ ਨੇ ਕੀ ਕਰਨਾ, ਤੁਹਾਨੂੰ ਸਹਿਜ 'ਚ ਲੈ ਜਾਣਾ। ਸਹਿਜ ਦਾ ਮਤਲਬ ਬਿਲਕੁਲ ਆਨੰਦਮਈ, ਪਰਿਵਰਤਨ ਰਹਿਤ ਅਵਸਥਾ, ਜਿਸ 'ਚ ਕੋਈ ਹਲਚਲ ਨਹੀਂ ਆ, ਇੱਕਦਮ ਸ਼ੁੱਧ ਚੇਤਨਾ। ਉੱਥੇ ਕੀ ਹੈਗਾ? ਉੱਥੇ ਨਾ ਮਨ ਹੈਗਾ, ਨਾ ਬੁੱਧੀ ਹੈਗੀ ਹੈ, ਨਾ ਚਿੱਤ ਹੈਗਾ, ਨਾ ਹਉਮੈ ਹੈਗੀ ਹੈ, ਨਾ ਕਾਮ ਹੈਗਾ, ਨਾ ਕ੍ਰੋਧ ਹੈਗਾ, ਲੋਭ ਹੈਗਾ, ਮੋਹ ਹੈਗਾ, ਨਾ ਰਜੋ ਤਮੋ ਸਤੋ ਹੈਗਾ, ਨਾ ਉੱਥੇ ਧਰਤੀ, ਨਾ ਉੱਥੇ ਆਕਾਸ਼, ਨਾ ਉੱਥੇ ਸੂਰਜ, ਨਾ ਉੱਥੇ ਪਤਾਲ, ਕੁਛ ਵੀ ਨਹੀਂ ਹੈਗਾ ਉੱਥੇ। ਉੱਥੇ ਕੌਣ ਹੈਗਾ? ਕੱਲੀ ਚੇਤਨਾ। ਤੁਸੀਂ ਕਾਫੀ ਸਫ਼ਰ ਕਰ ਲਿਆ ਵਾ, ਬਹੁਤ ਸਫ਼ਰ ਕਰ ਲਿਆ, ਇੱਥੇ ਕੋਈ ਪਹੁੰਚਦਾ ਨਹੀਂ ਹੈ। ਤਾਈਓ ਬਾਣੀ ਦੇ ਵਿੱਚ ਕਿਹਾ, ਕਰੋੜੋਂ ਮੇਂ ਏਕ, ਕੋਟਨ ਮੇਂ ਏਕ। ਉੱਥੇ ਕੋਈ ਨਹੀਂ ਜਾ ਸਕਦਾ, ਪਰ ਸਾਧਕ ਪਹੁੰਚ ਜਾਂਦਾ ਉੱਥੇ। ਫਿਰ ਕਬੀਰ ਜੀ ਚੈਲੰਜ ਕਰ ਦਿੰਦੇ ਨੇ ਆਪਣੇ ਆਪ 'ਚ, ਕਹਿੰਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਉਹ ਮਰਨੇ ਸੇ ਹੀ ਪਾਈਏ ਪੂਰਨ ਪਰਮਾਨੰਦ। ਉਹ ਕਹਿੰਦੇ ਜਿਹੜੀ ਮੌਤ ਤੋਂ ਤੁਸੀਂ ਡਰਦੇ ਜੋ, ਉਹ ਮੌਤ ਤੇ ਮੈਂ ਜੀਂਦਿਆਂ ਵੇਖ ਲਈ ਆ। ਬਾਰ-ਬਾਰ ਪ੍ਰਾਣਾਂ ਨੂੰ ਚਾੜਨਾ, ਉੱਪਰ ਲੈ ਕੇ ਜਾਣਾ, ਸਮਾਧੀ 'ਚ ਜਾਣਾ, ਧਿਆਨ ਇਕਾਗਰ ਕਰਨਾ, ਇੱਕ ਬਹੁਤ ਉੱਚੀ ਅਵਸਥਾ ਹੈ। ਔਰ ਜਦੋਂ ਤੁਸੀਂ ਉਸ ਅਵਸਥਾ ਤੇ ਪਹੁੰਚ ਜਾਂਦੇ ਜੋ, ਆਖਰ ਦੇ ਵਿੱਚ ਤੁਸੀਂ ਮੈਨੂੰ ਇਹ ਕਹਿਣਾ ਕਿ ਚਰਨਜੀਤ, ਜੋ ਪ੍ਰਾਪਤ ਹੋਇਆ ਬਹੁਤ ਮਹਿੰਗਾ ਹੈ, ਇਹ ਲੱਗਦਾ ਸੀ ਕਿ ਬਹੁਤ ਮਿਹਨਤ ਕੀਤੀ, ਇਹ ਕੁਛ ਵੀ ਨਹੀਂ ਹੈਗਾ। ਐਵੇਂ ਨਹੀਂ ਤਾਂ ਕਿ ਮੁੱਖ ਉਜਲੇ ਤੇ ਕੀਤੀ ਛੁੱਟੀ ਨਾਲ। ਛੁੱਟੀ ਤੇ ਉਹਦੀ ਹੋਣੀ ਆ ਜਿਹਨੇ ਘਾਲਣਾ ਘਾਲੀ ਆ।
ਜਿਹਨੂੰ ਪਤਾ ਹੈ ਕਿ ਇਹ ਪ੍ਰਕਿਰਤੀ ਹੈ, ਇੱਥੇ ਪ੍ਰਕਿਰਤੀ 'ਚ ਨਾ ਤੇ ਮੇਰਾ ਕੁਝ ਹੈਗਾ ਹੈ। ਜੇ ਮੇਰੇ ਕੋ ਆ ਗਿਆ ਹੈ ਤੇ ਮੈਂ ਕਿਹੜਾ ਰੌਲਾ ਪਾਇਆ ਸੀ। ਹੁਣ ਨਿੱਜਰ ਸਾਹਿਬ ਨੇ ਮੈਨੂੰ ਦਿੱਤਾ ਸੀ ਕਿ ਨਿੱਜਰ ਚਰਨਜੀਤ ਲੈ ਆਈਫੋਨ ਲੈ ਲਾ, ਤੇਰੇ ਲਈ ਆਈਫੋਨ ਲਿਆਂਦਾ ਹੀ ਨਵਾਂ, ਤੇ ਮੈਂ ਜੀ ਚਲਾਇਆ, ਬੜਾ ਨਜ਼ਾਰਾ ਲਿਆ। ਹੁਣ 6 ਮਹੀਨਿਆਂ ਬਾਅਦ ਨਿੱਜਰ ਸਾਹਿਬ ਕਹਿੰਦੇ ਆਈਫੋਨ ਵਾਪਸ ਕਰ ਦੇ, ਪਰ ਮੈਂ ਉਹ 6 ਮਹੀਨੇ ਚਲਾਇਆ, ਉਹ ਭੁੱਲ ਜਾਣਾ ਵਾ, ਤੇ ਮੈਂ ਇਹ ਕਹਿੰਦਾ ਨਿੱਜਰ ਸਾਹਿਬ ਵਾਪਸ ਕਿਉਂ ਲਿਆ? ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਪਰ ਮੈਂ ਇਹ ਵੀ ਸੋਚਿਆ ਨਾ ਕਿ 6 ਮਹੀਨੇ ਵਰਤਿਆ ਵੀ ਹੈ ਨਾ ਮੈਂ। ਹੁਣ ਪ੍ਰਮਾਤਮਾ ਸਾਨੂੰ ਕਈ ਜਗ ਦਿੰਦਾ ਹੈ ਤੇ ਇਹੀ ਵਰਤ ਲੈਂਦੇ ਆ। ਜਦੋਂ ਕਈ ਵਾਰੀ ਲੈ ਲੈਂਦਾ ਤੇ ਫਿਰ ਰੌਲਾ ਪਾਈਦਾ ਵਾ। ਅਸਲ ਚ ਤੇ ਜਿਹੜਾ ਦਿੱਤਾ ਸੀ ਉਹਨੇ ਤੇ ਫ੍ਰੀਲੀ ਵਰਤਣ ਵਾਸਤੇ ਦਿੱਤਾ ਸੀ ਨਾ, ਉਹਦੀ ਕੋਈ ਕੀਮਤ ਥੋੜੀ ਨੇ ਲਈ। ਤੋ ਇਹ ਚੀਜ਼ ਨੂੰ ਆਪਾਂ ਸਮਝਣ ਦੀ ਲੋੜ ਹੈ। ਆਖਰੀ ਅਵਸਥਾ ਤੇ ਤੁਸੀਂ ਪਹੁੰਚ ਚੁੱਕੇ ਜੋ, ਤੁਸੀਂ ਸਮਾਧੀ ਲੀਨ ਹੋ ਗਏ। ਹੁਣ ਸਮਾਧੀ ਦੇ ਵਿੱਚ ਕੀ ਹੁੰਦਾ ਹੈ? ਉਹਦੇ ਵਿੱਚ ਜਿਹੜਾ ਚੇਤਨਾ ਹੈ, ਜਿੰਨੇ ਅਨੁਭਵ ਕਰਨਾ ਹੈ ਤੇ ਜਿਹਦਾ ਅਨੁਭਵ ਹੋਣਾ ਹੈ, ਉਹ ਦੋ ਨਹੀਂ ਜੇ ਨਿਜਰ ਸਾਹਿਬ। ਕਿਉਂਕਿ ਤੁਸੀਂ ਰਜੋ ਤਮੋ ਸਤੋ ਤੋਂ ਅੱਗੇ ਆ ਗਏ ਜੋ। ਉਹ ਮਨ ਬੁੱਧੀ ਚਿੱਤ ਹੰਕਾਰ ਚ ਹੀ ਹੈਗੇ ਨੇ, ਹਉਮੈ ਤੱਕ ਰਹਿੰਦੇ ਨੇ। ਉਹ ਉਸ ਤੋਂ ਅੱਗੇ ਉਹ ਵੀ ਨਹੀਂ ਜਾ ਸਕਦੇ, ਪਰ ਚੇਤਨਾ ਤੱਕ ਜਾ ਸਕਦਾ ਹੈ। ਚੇਤਨਾ ਬੂੰਦ ਸਮਾਨੀ ਸਮੁੰਦ ਮੇ ਤਾਂ ਕੋ ਕਾਲ ਨਾ ਖਾਏ। ਹੁਣ ਬੂੰਦ ਜਿਹੜੀ ਸਮੁੰਦਰ ਚ ਚਲ ਗਈ ਆ, ਸਮੁੰਦਰ ਤੇ ਗਹਿਰਾ ਸੁਲਤਾਨ ਹੈ, ਉਹਦਾ ਤੇ ਕੋਈ ਅੰਤ ਪਾਰਾਵਾਰ ਨਹੀਂ ਆ। ਉਹਨੂੰ ਕਿਹੜਾ ਜਾਣੂਗਾ, ਕਿਉਂਕਿ ਉਹ ਅਸੀਮ ਹੈ। ਬੂੰਦ ਕਿੱਧਰ ਗਈ ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ। ਨਾ ਤੇ ਮੈਂ ਕੱਢ ਸਕਦਾ, ਨਾ ਤੁਸੀਂ ਕੱਢ ਸਕਦੇ ਆ। ਹੋਰ ਬੂੰਦ ਜ਼ਰੂਰ ਨਿਕਲ ਸਕਦੀ ਆ, ਪਰ ਜਿਹੜੀ ਸਮਾ ਗਈ ਆ ਉਹਨੂੰ ਨਹੀਂ ਜੋ ਬਾਹਰ ਕੱਢਿਆ ਜਾ ਸਕਦਾ। ਇੱਕ ਸਾਧਕ ਦੀ ਅਵਸਥਾ ਹੈ। ਜਦੋਂ ਵੀ ਬੰਦਾ ਬ੍ਰਹਮਲੀਨ ਹੋ ਗਿਆ, ਉਸਨੇ ਉਹ ਪ੍ਰਕਿਰਤੀ ਦਾ ਨਿਯਮ ਸੀ ਜਿਹਦੇ ਅਧੀਨ ਚ ਜਨਮ ਮਰਨ ਦੀ ਕਿਰਿਆ ਹੁੰਦੀ ਸੀ, ਉਹਨੂੰ ਸਟਾਪ ਕਰ ਦਿੱਤਾ। ਹਾਂਜੀ, ਆਹ ਦੇਖੋ, ਕਹਿੰਦੇ ਸਹਿਜ ਸੁਖਮਨਾ ਨਾੜੀ ਜਿਹੜੀ ਹੋਈ ਆ, ਜਦੋਂ ਤੁਹਾਡੇ ਪ੍ਰਾਣ ਸੁਖਮਨਾ ਨਾੜੀ ਚ ਚੱਲੇ, ਈੜਾ ਪਿੰਗਲਾ ਬੰਦ ਹੋ ਗਈ, ਤੇ ਕੀ ਹੋਊਗਾ? ਤੁਹਾਡੀ ਜਿਹੜੀ ਅਵਸਥਾ ਬਣ ਜਾਏਗੀ ਸਹਿਜ ਅਵਸਥਾ। ਸਹਿਜ, ਕਬੀਰ ਜੀ ਵੀ ਕਹਿੰਦੇ ਸਾਧੂ ਸਹਿਜ ਸਮਾਧੀ ਬਲੀ। ਨਿਜੇ ਸਾਹਿਬ ਇੱਕ ਨਾ ਤੁਕ ਆਉਂਦੀ, ਮੈਨੂੰ ਪਤਾ ਨਹੀਂ ਅੱਗੇ ਪਿੱਛੇ ਮੈਂ ਬੋਲ ਦੂੰਗਾ। ਸਹਿਜ ਸਮਾਧੀ ਬਲੀ। ਇਹ ਸਹਿਜ ਸਮਾਧੀ ਦਾ ਮਤਲਬ ਕਿ ਹੁਣ ਜਿਹੜਾ ਨਾ ਮੈਨੂੰ ਮਿਹਨਤ ਨਹੀਂ ਕਰਨੀ ਪੈਂਦੀ। ਪਹਿਲਾਂ ਤਾਂ ਆਪਾਂ ਤੇ ਸਮਾਧੀ ਧਿਆਨ ਕਰਦੇ ਹਾਂ, ਧਿਆਨ ਤੋਂ ਬਾਅਦ ਸਮਾਧੀ ਦੇ ਵਿੱਚ ਪ੍ਰਵੇਸ਼ ਹੁੰਦਾ ਸੀ, ਪਰ ਹੁਣ ਜਾਗਦਿਆਂ ਸੁੱਤਿਆਂ ਕੋਈ ਫਰਕ ਨਹੀਂ ਪੈਂਦਾ। ਸਮਾਧੀ ਵਾਲੀ ਅਵਸਥਾ ਬਣ ਜਾਣੀ ਅੰਦਰ, ਕਿਉਂਕਿ ਇਹ ਸਮਾਧੀ ਜਿਹੜੀ ਹੁੰਦੀ ਹੈ, ਦੇਖੋ ਆਪ ਇਸ ਨੂੰ ਸਮਝੋ, ਜਿਹੜੀ ਸਮਾਧੀ ਚ ਮੈਂ ਪ੍ਰਵੇਸ਼ ਕਰਦਾ ਨਾ ਸਾਧਨਾ ਦੇ ਰਾਹੀਂ, ਉਹ ਇੱਕ ਅਲੱਗ ਚੀਜ਼ ਹੈ। ਪਰ ਅਸਲੀ ਸਮਾਧੀ ਮੈਨੂੰ ਉਦੋਂ ਮਿਲਣੀ ਆ ਜਦੋਂ ਮੈਂ ਜੀਵਨ ਨੂੰ ਉਹ ਨਦੀ ਦੇ ਪਾਣੀ ਦੇ ਬਹਾਵ ਦੇ ਅਨੁਸਾਰ ਚਲਾਇਆ। ਇੱਕ ਗੇਮ ਹੈਗੀ ਹੈ ਬਿਲਕੁਲ। ਇਹ ਜਸਟ ਇਹ ਸੋਚੋ ਕਿ ਜਿੰਨਾ ਚਿਰ ਤੱਕ ਮੈਂ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਹੱਥ ਪੱਲੇ ਮਾਰਦਾ ਪਿਆ ਨਾ, ਉਹਨਾਂ ਚਿਰ ਤੇ ਉਹ ਗੱਲ ਨਹੀਂ ਬਣਦੀ। ਪਰ ਆਖਰੀ ਅਵਸਥਾ ਜਦੋਂ ਤੁਹਾਨੂੰ ਸਮਾਧੀ ਮਿਲਣੀ ਆ, ਤੇ ਸਭ ਕੁਝ ਜਿਹੜਾ ਹੈ ਨਾ ਉਹ ਇੱਕ ਧਰਮ ਦੇ ਅਨੁਸਾਰ ਚੱਲੂਗਾ। ਇਹ ਭੈ ਦੇ ਵਿੱਚ ਆ ਜਾਣੀ ਹੈ ਸਾਰੀ ਗੱਲ। ਉੱਤੇ ਭੈ ਲਿਖਿਆ ਨਾ ਜਿਹੜਾ, ਕਿ ਉਹ ਇੱਕ ਤੁਹਾਡੇ ਅੰਦਰ ਇੱਕ ਅਵਸਥਾ ਬਣ ਜਾਊਗੀ। ਇਹ ਨਹੀਂ ਤੁਹਾਨੂੰ ਕਿ ਪ੍ਰਮਾਤਮਾ ਦਾ ਡਰ ਹੈਗਾ। ਇਹ ਵੀ ਨਾ ਮਨ ਚੋਂ ਆਪਣੇ ਇੱਕ ਚੀਜ਼ ਨੂੰ, ਭਰਮ ਨੂੰ ਦੂਰ ਕਰ ਲੈਣਾ ਕਿ ਤੁਸੀਂ ਪ੍ਰਮਾਤਮਾ ਦੇ ਡਰੋਗੇ, ਉਸ ਤੋਂ ਖੌਫ ਕਰੋਗੇ। ਤੁਸੀਂ ਬਿਨਾਂ ਖੌਫ ਦੇ ਹੀ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾਓਗੇ। ਤੁਹਾਨੂੰ ਡਰ ਨਹੀਂ ਆ ਕਿ ਮੈਂ ਨਰਕ 'ਚ ਜਾਊਂ ਜਾਂ ਸਵਰਗ 'ਚ ਜਾਊਂ। ਜੋ ਤੁਹਾਡੇ ਸਾਹਮਣੇ ਆ, ਜੋ ਸਹੀ ਹੈ, ਤੁਸੀਂ ਉਹ ਕਰੋਗੇ। ਠੀਕ ਹੈ ਨਾ? ਜੈਸਾ ਅਗਲੀ ਤੋਂ ਬੋਲੋ। ਹਾਂਜੀ ਵੀਰ ਜੀ। ਆਉਧੂ, ਅਗਲੀ ਤੋਂ ਬੋਲ ਦੋ। ਆਉਧੂ ਮੇਰਾ ਮਨ ਮਤਵਾਰਾ। ਕਹਿੰਦੇ ਉਹ ਅੰਮ੍ਰਿਤ ਮਿਲ ਗਿਆ ਹੁਣ, ਤੇ ਮੇਰਾ ਮਨ ਜਿਹੜਾ ਹੈਗਾ ਉਸ ਅੰਮ੍ਰਿਤ ਦੇ ਵਿੱਚ ਮਤਵਾਲਾ ਹੋ ਗਿਆ। ਆਉਧੂ ਮੇਰਾ ਮਨ ਮਤਵਾਰਾ, ਉਨਮਦ ਚੜਾ ਮਦਨ ਰਸ ਚਾਖਿਆ। ਕਹਿੰਦੇ ਮੇਰੇ ਅੰਦਰ ਐਸਾ ਨਸ਼ਾ ਆ ਗਿਆ, ਐਸਾ ਨਸ਼ਾ ਆ ਗਿਆ, ਐਸਾ ਮਦਹੋਸ਼ ਹੋ ਗਿਆ ਮੈਂ ਉਸ ਅੰਮ੍ਰਿਤ ਦੇ ਰਸ ਨੂੰ ਚਖਣ ਦੇ ਨਾਲ। ਤਿਰਭਵਨ ਭਇਆ ਉਜਿਆਰਾ। ਧਰਤ ਪਤਾਲ ਆਕਾਸ਼, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਧਰਤ ਪਤਾਲ ਆਕਾਸ਼ ਦੇ ਵਿੱਚ ਸਮਾਇਆ ਹੋਇਆ ਆ, ਉਹ ਉਜਿਆਰਾ ਕਹਿੰਦੇ ਮੇਰੇ ਅੰਦਰ ਆ ਗਿਆ। ਤਿਰਭਵਨ ਭਇਆ ਉਜਿਆਰਾ। ਹਾਂਜੀ ਵੀਰ ਜੀ। ਠੀਕ ਹੈ ਜੀ। ਹੁਣ ਕਹਿੰਦੇ ਆਉਦੂ ਮੇਰਾ ਮਨ ਮਤਵਾਰਾ। ਹੁਣ ਕਹਿੰਦੇ ਕਿ ਮੇਰਾ, ਇਹ ਜੋਗੀ ਕਹਿੰਦੇ ਆ ਕਿ ਮੇਰਾ ਮਨ ਜਿਹੜਾ ਮਸਤ ਹੋ ਗਿਆ। ਮਸਤੀ ਦਾ ਮਤਲਬ ਹੈ ਕਿ ਬੰਦਾ ਆਪਣੀ ਮਸਤੀ 'ਚ ਬੈਠਾ ਹੈ, ਉਹਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਹੈ। ਹੁਣ ਆਪਾਂ ਨੂੰ ਜਦੋਂ ਵੇਖਿਆ ਨਾ,
ਜਦੋਂ ਕਿਸੇ ਨੂੰ ਮਸਤੀ ਚੜੀ ਹੁੰਦੀ ਆ, ਬੰਦਾ ਆਪਣੀ ਮਸਤੀ 'ਚ ਮੌਜ 'ਚ ਬੈਠਾ ਹੈ। ਉਹਦੀ ਜਿਹੜੀ ਮੌਜ ਆ, ਉਹਦੀ ਜਿਹੜੀ ਮਸਤੀ ਆ, ਉਸ ਜੋਗੀ ਦੀ, ਉਹ ਕੋਈ ਕਾਰਨ ਨਹੀਂ ਹੈਗਾ, ਅਕਾਰਨ ਆ। ਨਿਜਾ ਸਾਹਿਬ, ਬਿਲਕੁਲ ਇੱਕ ਚੀਜ਼ ਨੂੰ ਆਪ ਸਮਝੋ, ਇੱਕ ਤੇ ਕੋਈ ਚੀਜ਼ ਮੈਨੂੰ ਮਿਲ ਰਹੀ ਹੈ, ਉਹਦਾ ਕੋਈ ਕਾਰਨ ਹੈਗਾ, ਉਹ ਤੇ ਮੈਂ ਉਹ ਡਿਪੈਂਡੈਂਟ ਆ। ਜਿਹੜੀ ਮੇਰੀ ਅਕਾਰਨ ਮਸਤੀ ਆ, ਜਿਹਦੇ ਪਿੱਛੇ ਕੋਈ ਕਾਰਨ ਨਹੀਂ ਆ, ਆਪਾਂ ਕਿਸੇ ਚੀਜ਼ ਨੂੰ ਅਨੁਭਵ ਕਰਦੇ ਆ, ਅਨੁਭੋਗਦੇ ਆ, ਉਹਦੇ ਪਿੱਛੇ ਕੋਈ ਪਦਾਰਥ ਹੁੰਦਾ ਹੈ, ਇੰਦਰੀਆਂ ਦੇ ਰਸ ਹੁੰਦੇ ਆ, ਕੋਈ ਚੀਜ਼ ਹੁੰਦੀ ਆ। ਪਰ ਜਿਹੜੀ ਆ ਮਸਤੀ ਦੀ ਗੱਲ ਕਰਦੇ ਆ ਨਾ, ਇਹ ਅਕਾਰਨ ਆ, ਕਿਉਂਕਿ ਪ੍ਰਮਾਤਮਾ ਬਿਲਕੁਲ ਗਤੀਹੀਨ ਸ਼ਕਤੀ ਹੈ। ਔਰ ਜਦੋਂ ਰਾਤ ਨੂੰ ਆਪਾਂ ਉਸੇ ਅਵਸਥਾ 'ਚ ਹੀ ਜਾਂਦੇ ਆ, ਪਰ ਉਦੋਂ ਬੇਹੋਸ਼ ਹੁੰਦੇ ਆ ਆਪਾਂ। ਇਹਨੂੰ ਕਹਿੰਦੇ ਆ ਸੁਖਾਪਤੀ ਅਵਸਥਾ। ਸੁਖਾਪਤੀ ਅਵਸਥਾ 'ਚ ਨਾ ਤੇ ਸੁਪਨਾ ਹੈਗਾ, ਜੇ ਸੁਪਨਾ ਨਹੀਂ ਨਾ ਹੈਗਾ ਫਿਰ ਆਪਾਂ ਵੀ ਨਹੀਂ ਹੈਗੇ ਉੱਥੇ, ਉੱਥੇ ਇਕੱਲਾ ਬ੍ਰਹਮ ਹੈ। ਮੇਰੇ ਸਾਹਿਬ, ਬਿਲਕੁਲ ਉਸ ਬ੍ਰਹਮ ਦੇ ਅਨੁਭਵ ਨੂੰ ਆਪਾਂ ਸਵੇਰੇ ਅਨੁਭਵ ਕਹਿੰਦੇ ਆ। ਆਪਾਂ ਕਹਿੰਦੇ ਯਾਰ ਅੱਜ ਬੜੀ ਵਧੀਆ ਨੀਂਦ ਆਈ, ਬੜਾ ਮਜ਼ਾ ਆਇਆ ਯਾਰ। ਪਰ ਅਸਲ ਦੇ ਵਿੱਚ ਅਸੀਂ ਸੋਚਦੇ ਹਾਂ ਸੁੱਤਿਆਂ ਆਨੰਦ ਮਿਲਿਆ। ਸੁੱਤਿਆਂ ਕੋਈ ਆਨੰਦ ਨਹੀਂ ਮਿਲਿਆ। ਸਾਨੂੰ ਆਨੰਦ ਇਸ ਕਰਕੇ ਮਿਲਿਆ ਕਿਉਂਕਿ ਅਸੀਂ ਆਪਣੇ ਆਪ ਨੂੰ ਭੁੱਲ ਗਏ ਸਾਂ, ਅਸੀਂ ਕੌਣ ਆ। ਆਪਣੇ ਆਪ ਨੂੰ ਜਦੋਂ ਅਸੀਂ ਮਿਟਾ ਲੈਂਦੇ ਹਾਂ ਸਮਾਧੀ ਦੇ ਵਿੱਚ, ਅਸੀਂ ਜਾਗਰਤ ਅਵਸਥਾ 'ਚ ਉੱਥੇ ਜਾਂਦੇ ਹਾਂ, ਜਾਗਰਤ। ਔਰ ਉਸ ਅਵਸਥਾ ਦਾ ਜਦੋਂ ਤੁਹਾਨੂੰ ਨਸ਼ਾ ਲੱਗਦਾ ਨਾ, ਫਿਰ ਤੁਹਾਡਾ ਦਿਲ ਕਰਦਾ ਬਾਰ-ਬਾਰ ਉੱਥੇ ਬਹਿਣ ਨੂੰ, ਬਾਰ-ਬਾਰ ਉੱਥੇ ਜਾਣ ਨੂੰ। ਕਿਉਂ? ਕਿਉਂਕਿ ਉੱਥੇ ਬੜਾ ਮਨ ਨੂੰ ਚੰਗਾ ਲੱਗਦਾ। ਇਹ ਜਿੰਨੀ ਵੀ ਸਾਧਨਾ ਹੈ ਸਾਰੀ ਮਨ ਕਰਦਾ, ਤੁਹਾਡਾ ਤਨ ਨਹੀਂ ਕਰਦਾ। ਇਹਦੇ ਵਿੱਚ ਮਨ ਸਾਧਨਾ ਕਰਦਾ, ਮਨ ਤਨ ਤੁਹਾਡਾ ਜਾਂਦਾ ਗੁਰਦੁਆਰੇ ਮੰਦਿਰ ਪਾਠ ਪੂਠ ਕਰਦਾ, ਪੂਜਾ ਕਰਦਾ, ਜੋ ਮਰਜ਼ੀ ਕਰਦਾ, ਦਾਨ ਪੁੰਨ ਵੀ ਕਰਦਾ, ਪਰ ਉੱਥੇ ਮਨ ਨਹੀਂ ਹੁੰਦਾ। ਪਰ ਆਹ ਜਿਹੜੀ ਸਾਧਨਾ ਹੈ ਨਾ, ਇਹ ਕੇਵਲ ਮਨ ਦੀ ਸਾਧਨਾ ਹੈ। ਮਨ ਜਾਂਦਾ ਹੈ, ਮਨ ਕਰਦਾ ਹੈ, ਪਰ ਮਨ ਤੁਹਾਨੂੰ ਕਹਿੰਦਾ ਬਾਰ-ਬਾਰ ਚੱਲ ਵੀ ਉੱਠ, ਆਹ ਕਰ, ਸਾਧਨਾ ਤੇ ਬਈਏ, ਭਗਤੀ ਕਰੀਏ, ਰੱਬ ਦਾ ਨਾਮ ਲਈਏ, ਬੰਦਗੀ ਕਰੀਏ। ਜੀਵਨ ਬੜਾ ਹੱਥੋਂ ਨਿਕਲਦਾ ਜਾ ਰਿਹਾ। ਇੱਥੇ ਕਹਿੰਦੇ ਅਵਧੂ ਮੇਰਾ ਮਨ ਮਤਵਾਰਾ। ਉਹ ਕਹਿੰਦੇ ਇਹ ਜੋਗੀ ਜਿਹੜਾ ਮੇਰਾ ਮਨ ਹੈ ਉਹ ਮਸਤ ਹੋ ਗਿਆ, ਮਸਤੀ ਚੜ ਗਈ ਹੈ। ਜਿੱਦਾਂ ਬੰਦਾ ਸ਼ਰਾਬ ਪੀ ਕੇ ਸ਼ਰਾਬੀ ਨਹੀਂ ਹੋ ਜਾਂਦਾ ਤੇ ਰਾਜਾ ਬਣ ਜਾਂਦਾ, ਭਾਵੇਂ ਉਹਦੇ ਵਿੱਚ ਮੇਰੇ ਵਰਗੇ ਦਾ 100-150 ਰੁਪਇਆ ਨਾ ਹੋਵੇ, ਪਰ 2 ਪੈਗ ਲਾ ਕੇ 3 ਪੈਗ ਲਾ ਕੇ ਤੇ ਸਾਰੀ ਦੁਨੀਆ ਨੂੰ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਤੁਹਾਨੂੰ ਬਿਨਾਂ ਸ਼ਰਾਬ ਪੀਤਿਆਂ ਇੱਕ ਅਜੀਬੋ ਗਰੀਬ ਮਸਤੀ ਚੜੇਗੀ। ਬਾਣੀ 'ਚ ਵੀ ਲਿਖਿਆ ਹੈ, ਨਾਮ ਖੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਉਹ ਖੁਮਾਰੀ ਜਿਹੜੀ ਤੁਹਾਨੂੰ ਚੜ੍ਹਨੀ, ਬੜਾ ਆਨੰਦਮਈ ਅਵਸਥਾ, ਜਿੱਥੇ ਕੇਵਲ ਤੁਸੀਂ ਆਪਣੇ ਆਪ ਦੇ ਵਿੱਚ ਅਸਤ ਜੋ, ਵਹਿ ਵਿੱਚ ਅਸਤ ਜੋ। ਬਾਹਰੀ ਸੰਸਾਰ ਦਾ ਕੋਈ ਲੈਣਾ ਦੇਣਾ ਨਹੀਂ, ਨਾ ਹੀ ਬਾਹਰੀ ਕਿਸੇ ਪਦਾਰਥ ਦਾ ਕੁਝ ਲੈਣਾ ਦੇਣਾ ਹੈ। ਅਗਲੀ ਨਿੱਜਾ ਸਾਹਿਬ ਤੁਕ ਬੋਲੋ। ਉਨਮਤ ਚੜਾ ਮਦਨ ਰਸ ਚਾਖਿਆ। ਉਹ ਨਾਮ ਖੁਮਾਰੀ ਕਹਿੰਦੇ ਆ। ਇਹਦੇ ਮੇਰੇ ਅੰਦਰ ਉਨਮਾਦ ਐਸਾ ਜਿਹੜਾ ਹੈਗਾ, ਮਦਨ ਕਹਿੰਦੇ ਮਸਤ ਕਰ ਦੇਣ ਵਾਲਾ ਜਿਹੜਾ ਹੈਗਾ ਨਸ਼ਾ ਆ ਗਿਆ ਉਹ ਰਸ ਚੱਕਣ ਦੇ ਨਾਲ। ਤਿਰ ਭਵਨ ਭਇਆ ਉਜਿਆਰਾ। ਧਰਤ ਪਤਾਲ ਆਕਾਸ਼ ਜਿਹੜਾ ਹੈਗਾ ਉਹਦਾ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਅੰਦਰ ਪ੍ਰਗਟ ਹੋ ਗਿਆ, ਮੇਰੇ ਅੰਦਰ ਪ੍ਰਕਾਸ਼ ਹੋ ਗਿਆ। ਰਹਾਓ। ਹਾਂਜੀ ਵੀਰ ਜੀ। ਕਹਿੰਦੇ ਉਨਮਤ ਚੜਾ ਮਦਨ ਰਸ ਚਾਖਿਆ, ਤਿਰਬਨ ਭਇਆ ਉਜਿਆਰਾ। ਹੁਣ ਜਦੋਂ ਤੁਸੀਂ ਉੱਥੇ ਤੁਰੀ ਅਵਸਥਾ ਹੈ, ਉਹ ਜਾਗਰਤ, ਤਪਨ, ਸੁਖਾਪਤੀ ਤੇ ਤੁਰੀਆ, ਆਖਰੀ ਚੌਥੇ ਪਦ ਦੀ ਗੱਲ ਹੋ ਗਈ। ਤੁਰੀ ਅਵਸਥਾ ਜਦੋਂ ਆਪਾਂ ਚੜ ਜਾਂਦੇ ਹਾਂ, ਉਨਮਦ ਜਿਹੜਾ ਹੈ ਚੌਥਾ ਵਾ, ਉਹ ਜੇ ਉੱਥੇ ਚੜ ਗਏ ਨਾ ਤੇ ਮਦਨ ਰਸ ਚਾਖਿਆ, ਉੱਥੇ ਜਾ ਕੇ ਤੁਸੀਂ ਬ੍ਰਹਮ ਰੂਪੀ ਜਿਹੜਾ ਉਹ ਆਨੰਦ ਆ, ਜਿਹਨੂੰ ਪਰਮ ਆਨੰਦ ਕਹਿੰਦੇ ਆ, ਅਖੰਡ ਸ਼ਾਂਤੀ ਕਹਿੰਦੇ ਆ, ਅਖੰਡ ਆਨੰਦ ਕਹਿੰਦੇ ਆ, ਕਿਤੇ ਨਹੀਂ ਟੁੱਟਦਾ। ਉਹ ਐਸੀ ਸ਼ਾਂਤੀ ਉਹ ਕਿਤੇ ਖੰਡਿਤ ਨਹੀਂ ਹੁੰਦੀ। ਉਸ ਨੂੰ ਚਖਿਆ ਤੇ ਤਿਬਨ ਪਿਆ ਉਜਿਆਰਾ। ਇਹ ਸਾਡਾ ਚਾਖਿਆ ਤ੍ਰਿਬਨ। ਤ੍ਰਿਬਨ ਦਾ ਮਤਲਬ ਕਿ ਮੈਨੂੰ ਉਹ ਧਰਤੀ ਲੋਕ, ਆਕਾਸ਼ ਲੋਕ ਤੇ ਪਤਾਲ ਲੋਕ ਜੋ ਵੀ ਹੈਗਾ ਹੈ, ਇਹਦੇ ਵਿੱਚ ਕੇਵਲ ਉਹਦਾ ਪ੍ਰਕਾਸ਼ ਦਿਖਿਆ। ਕਿਉਂਕਿ ਉੱਥੇ ਕੋਈ ਧਰਤੀਆਂ ਨਹੀਂ ਹੈਗੀਆਂ, ਨਾ ਉੱਥੇ ਆਕਾਸ਼ ਹੈਗਾ। ਪਰ ਉੱਥੇ ਜਦੋਂ ਤੁਸੀਂ ਉਹਨੂੰ ਪ੍ਰਮਾਤਮਾ ਨੂੰ ਦੇਖਦੇ ਜੋ ਨਾ, ਉਹ ਜਸਟ ਇੱਕ ਸਰਵ ਵਿਆਪਕ ਇੱਕ ਸ਼ਕਤੀ ਹੈ, ਬਹੁਤ ਵੱਡੀ ਸ਼ਕਤੀ, ਲਿਮਿਟਲੈਸ ਆ। ਅਸੀਂ ਉਹਨੂੰ ਅਨੁਭਵ ਜਾ ਕਰ ਸਕਦੇ ਹਾਂ, ਉਹਨੂੰ ਉਹਦਾ ਆਨੰਦ ਲੈ ਸਕਦੇ ਹਾਂ, ਪਰ ਉਹ ਕਿੱਡੀ ਵੱਡੀ ਆ, ਉਹ ਕਿੱਦਾਂ ਕੰਮ ਕਰਦੀ ਆ, ਉਹ ਆਪਾਂ ਨਹੀਂ ਜਾਣ ਸਕਦੇ। ਸਾਡੀ ਇੱਕ ਛੋਟੀ ਜਿਹੀ ਲਿਮਿਟ ਹੈ ਨਿਜਰ ਸਾਹਿਬ। ਬਿਲਕੁਲ।
ਕੱਲ ਨੂੰ ਕੋਈ ਕਹੇ ਕਿ ਉਹ ਸੋਚੇ ਕਿ ਮੈਂ ਬ੍ਰਹਮ ਗਿਆਨੀ ਹੋ ਗਿਆ ਤੇ ਮੈਨੂੰ ਪਤਾ ਲੱਗ ਜਾਊਗਾ ਪਰਮਾਤਮਾ ਧਰਤੀਆਂ ਕਿੱਦਾਂ ਬਣਾਉਂਦਾ ਵਾ, ਆਕਾਸ਼ ਕਿੱਦਾਂ ਬਣਾਊਗਾ, ਉਹ ਨਹੀਂ ਪਤਾ ਲੱਗੇਗਾ। ਤੁਸੀਂ ਕੇਵਲ ਆਪਣਾ ਉਹ ਸੁੱਖ ਲੈ ਸਕਦੇ ਜੋ, ਉਹਨੂੰ ਇੰਜੋਏ ਕਰ ਸਕਦੇ ਜੋ, ਪਰਮਾਤਮਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕਦੇ ਜੋ। ਜੇ ਤੁਸੀਂ ਸੋਚੋ ਕਿ ਕੱਲ ਨੂੰ ਦੱਸ ਦਈਏ ਧਰਤੀਆਂ ਕਿੱਦਾਂ ਬਣੀਆਂ, ਸੂਰਜ ਕਿੱਦਾਂ ਬਣਿਆ, ਇਹ ਕੋਈ ਵੀ ਨਹੀਂ ਦੱਸ ਸਕਦਾ। ਕੱਲ ਨੂੰ ਤਾਂ ਫਿਰ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਆਪਾਂ ਨੇ। ਨਹੀਂ ਫੇਰ ਇਹ ਨਹੀਂ ਕਿ ਤੁਹਾਡੇ ਮਨ 'ਚ ਕੋਈ ਵਹਿਮ ਪਾ ਦੇ ਕੋਈ, ਨਹੀਂ ਇੰਨਾ ਨਹੀਂ ਕੰਮ ਹੋਣਾ। ਇਹ ਹੈ ਕਿ ਤੁਸੀਂ ਆਪਣਾ ਜੀਵਨ ਛੋਟੇ, ਆਪਾਂ ਹੈ ਬਹੁਤ ਛੋਟੇ ਆ ਨਾ, ਆਪਾਂ ਉਹਨੂੰ ਉਹਦੇ ਬਾਰੇ ਨਹੀਂ ਗੱਲ ਕਰਨੀ ਚਾਹੀਦੀ। ਆਪਾਂ ਨਹੀਂ, ਕਈ ਲੋਕ ਕਹਿ ਦਿੰਦੇ ਨੇ ਗੱਪਾਂ ਮਾਰ ਦਿੰਦੇ ਨੇ, ਇਤਵਾਰ ਨਾ ਜੋਗੀ ਜੈ ਰੁਤਮਾਨ ਨਾ ਕੋਈ ਜਖ ਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ। ਹਾਂ, ਇਹ ਕਿੱਦਾਂ ਬਣੀ ਆ, ਇਹ ਕਿਉਂ ਬਣਾਈ ਆ, ਇਹ ਦਿਲ ਕਿਉਂ ਲਾਇਆ ਵਾ, ਇਹ ਕਿਡਨੀਆਂ ਕਿਉਂ ਲਾਈਆਂ ਉਹਨੇ, ਅੱਖਾਂ ਕਿਉਂ ਲਾਈਆਂ, ਮੂੰਹ ਕਿਉਂ ਲਾਇਆ, ਦੰਦ ਕਿਉਂ ਲਾਏ, ਇਹ ਆਪਾਂ ਦੱਸ ਨਹੀਂ ਸਕਦੇ। ਠੀਕ ਹੈ, ਹਾਂ ਇੱਥੇ ਰਹਿ ਕੇ ਆਪਾਂ ਫੁੱਲ ਨੂੰ ਮਹਿਕ ਦੀ ਲੈ ਸਕਦੇ ਹਾਂ, ਇੱਕ ਸੁਥਰਾ ਜੀਵਨ ਉਹਨੂੰ ਬਤੀਤ ਕਰ ਸਕਦੇ ਹਾਂ। ਜੇ ਆਪਾਂ ਸੋਚੀਏ ਕਿ ਆਪਾਂ ਉਹ ਚੀਜ਼ ਨੂੰ ਜਾਣ ਲਾਂਗੇ, ਮੁਸ਼ਕਿਲ ਹੋ ਜਾਏਗੀ। ਠੀਕ ਹੈ ਜੀ, ਅਗਲੀ ਤੋਂ ਬੋਲੋ ਜੈਸਾ ਤੁਸੀਂ। ਦੋਏਪੁਰ ਜੋੜ ਰਹਾਓ, ਦੋਏਪੁਰ ਜੋੜ ਰਸਾਈ ਭਾਠੀ। ਰਸਾਈ ਭਾਠੀ ਮਤਲਬ ਵੀ ਭੱਠੀ ਨੂੰ ਹੁਣ ਜਿਹੜਾ ਹੈਗਾ ਸੁਲਗਾਉਣਾ ਵੀ ਹੈਗਾ, ਭੱਠੀ ਨੂੰ, ਭੱਠੀ ਖਾਲੀ ਹੈਗੀ ਆ ਤੇ ਫਿਰ ਉਹਦੇ ਵਿੱਚ ਅੱਗ ਵੀ ਬਾਲਣੀ ਆ ਭੱਠੀ ਦੇ ਵਿੱਚ, ਮਗਾਉਣਾ ਵੀ ਆ ਭੱਠੀ ਨੂੰ, ਤਾਂ ਹੀ ਤਾਂ ਗੱਲ ਬਣਨੀ ਆ। ਦੋਏਪੁਰ ਜੋੜ ਕਹਿੰਦੇ ਉਹਦੇ ਵਿੱਚ ਕਹਿੰਦੇ ਭੱਠੀ ਨੂੰ ਕੀ ਕਿਵੇਂ ਮੰਗਾਇਆ, ਕਹਿੰਦੇ ਦੋਏਪੁਰ ਜੋੜ ਲੈ ਧਰਤ ਔਰ ਆਕਾਸ਼। ਇਹ ਜੋ ਸ੍ਰਿਸ਼ਟੀ ਹੈਗੀ ਇਹਦੇ ਵਿੱਚ ਕੀ ਹੈਗਾ, ਧਰਤੀ ਆਕਾਸ਼ ਦੇ, ਇਹਦੇ ਵਿੱਚ ਮੈਟਰ ਹੈਗਾ, ਇਹਦੇ ਵਿੱਚ ਪਦਾਰਥ ਹੈਗੇ, ਇਹਦੇ ਵਿੱਚ ਜਿਹੜੀ ਹੈਗੀ ਆ ਇਹ ਜੋ ਮਾਲਕ ਨੇ ਚੋਗਾ ਪਾਇਆ ਉਹ ਚੋਗਾ ਹੈਗਾ। ਦੋਏਪੁਰ ਜੋੜ ਕਹਿੰਦੇ ਇਹਨਾਂ ਨੂੰ ਮੈਂ ਜੋੜ ਲਿਆ, ਇਕੱਠਾ ਕਰ ਲਿਆ ਇਹਨਾਂ ਨੂੰ, ਇਹਦੇ ਨਾਲ ਮੈਂ ਭੱਠੀ ਜਿਹੜੀ ਹੈਗੀ ਮੰਗਾ ਦਿੱਤੀ। ਇਹ ਮੋਹ ਜਿਹੜਾ ਹੈਗਾ, ਪ੍ਰਕਿਰਤੀ ਦਾ ਮੋਹ ਜਿਹੜਾ ਹੈਗਾ, ਇਹਦੇ ਨਾਲ ਮੈਂ ਭੱਠੀ ਮੰਗਾਈ ਮੋਹ ਦੇ ਤਾਪ ਦੇ ਨਾਲ। ਪੀਓ ਮਹਾ ਰਸ ਭਾਰੀ ਤੇ ਅੰਮ੍ਰਿਤ ਰਸ ਤਾਂ ਪੀਣ ਨੂੰ ਮਿਲਿਆ ਭਾਈ। ਆ ਜਿਹੜਾ ਹੈਗਾ ਪ੍ਰਕਿਰਤੀ ਦੀ ਸਾਰਾ ਮੋਹ ਮਾਇਆ ਦਾ ਮੋਹ ਜਿਹੜਾ ਹੈਗਾ, ਇਹ ਮੋਹ ਮਾਇਆ ਪਾਸੇ ਹੋ ਗਿਆ, ਮਾਇਆ ਦਾ ਮੋਹ। ਦੋਏਪੁਰ ਜੋਰ ਰਸਾਈ ਭਾਠੀ ਪੀਓ ਮਹਾ ਰਸ ਭਾਰੀ, ਕਾਮ ਕ੍ਰੋਧ ਦੋਏ ਕੀਏ ਜਲੇਤਾ ਛੁੱਟ ਗਈ ਸੰਸਾਰੀ। ਕਹਿੰਦੇ ਕਾਮ ਕ੍ਰੋਧ ਜਿਹੜਾ ਸੀਗਾ ਇਹਨੂੰ ਮੈਂ ਜਿਹੜਾ ਹੈਗਾ ਲੱਕੜੀਆਂ ਬਣਾ ਕੇ ਇਹਨੂੰ ਸਾੜ ਦਿੱਤਾ ਵਿੱਚ ਹੀ। ਕਾਮ ਕ੍ਰੋਧ ਦੋਏ ਕੀਏ ਜਲੇਤਾ ਛੁੱਟ ਗਈ ਸੰਸਾਰੀ। ਮੇਰੇ ਕੋਲ ਇਹ ਸੰਸਾਰ, ਪ੍ਰਕਿਰਤੀ, ਇਹ ਜਿਹੜਾ ਮੋਹ ਮਮਤਾ, ਇਹ ਸਾਰਾ ਛੁੱਟ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਦੋਏਪੁਰ ਜੋਰ ਰਸਾਈ ਭਾਠੀ, ਰਸਾਈ ਭਾਠੀ। ਠੀਕ ਹੈ, ਧਰਤੀ ਤੇ ਆਕਾਸ਼ ਨੂੰ ਕਹਿੰਦੇ ਮੈਂ ਜੋੜਤਾ। ਕਹਿੰਦੇ ਜੋੜਨ ਦਾ ਮਤਲਬ ਇਹ ਨਹੀਂ ਕਿ ਫੈਬਰਿਕ ਨਾਲ ਜੋੜਤਾ, ਮਤਲਬ ਮੈਂ ਉਸ ਅਵਸਥਾ 'ਚ ਚਲਾ ਗਿਆ ਜਿੱਥੇ ਧਰਤੀ ਵੀ ਨਹੀਂ ਹੈਗੀ ਤੇ ਆਕਾਸ਼ ਵੀ ਨਹੀਂ ਹੈਗਾ, ਦੋਵੇਂ ਇਕੱਠੇ ਹੋ ਗਏ। ਹਾਂ, ਇਹਨਾਂ ਦਾ ਮੋਹ ਖਤਮ ਹੋ ਗਿਆ। ਹਾਂ, ਤੇ ਫਿਰ ਕਹਿੰਦੇ ਆ ਭਾਠੀ ਪੀਓ ਮਹਾਰਸ ਭਾਰੀ। ਬਹੁਤ ਬਹੁਤ ਭਾਰੀ, ਬਹੁਤ ਕੀਮਤੀ। ਹਾਂ, ਫਿਰ ਉੱਥੇ ਜਾ ਕੇ ਜਦੋਂ ਤੁਹਾਨੂੰ ਸਮਾਧੀ ਮਿਲੀ ਨਾ, ਤੁਸੀਂ ਖੁਦ ਕਹਿਣਾ ਕਿ ਜਿੱਦਾਂ ਹਵਾਈ ਨਹੀਂ ਛੱਡੀ ਦੀ, ਹਵਾਈ ਵਾਂਗੂ ਤੁਹਾਡੀ ਸੁਰਤੀ ਚੜੂਗੀ ਐਨ। ਉਹ ਸ਼ੁਰੂ ਚ ਪਤਾ ਕੀ ਹੁੰਦਾ, ਜਿਨ੍ਹਾਂ ਨੂੰ ਨਵੀਂ ਸਮਾਧੀ ਮਿਲਦੀ, ਬੜੀਆਂ ਆਵਾਜ਼ਾਂ ਆਉਂਦੀਆਂ, ਭਿਅੰਕਰ ਆਵਾਜ਼ਾਂ, ਇੱਕਦਮ ਭਿਅੰਕਰ ਆਵਾਜ਼ਾਂ, ਪਤਾ ਨਹੀਂ ਜਿੱਦਾਂ ਲੱਗਦਾ ਟ੍ਰੇਨ ਦੇ ਟਾਇਰਾਂ ਦੇ ਲਾਗੇ ਸਾਨੂੰ ਅਸੀਂ ਆਪਣੇ ਕੰਨ ਲਾ ਕੇ ਬੈਠੇ ਹਾਂ। ਇੰਨੀਆਂ ਆਵਾਜ਼ਾਂ, ਪਤਾ ਨਹੀਂ ਕਿੰਨੀਆਂ ਕੁ ਆਵਾਜ਼ਾਂ ਸ਼ੁਰੂ ਚ ਤੁਹਾਨੂੰ ਡਰਾਉਂਦੀਆਂ ਨੇ, ਤੁਹਾਨੂੰ ਡਰਾ ਸਕਦੀਆਂ ਨੇ, ਪਰ ਤੁਹਾਨੂੰ ਰੋਕ ਨਹੀਂ ਸਕਦੀਆਂ। ਪਰ ਕਈ ਵਾਰੀ ਤੁਹਾਡਾ ਪ੍ਰਵੇਸ਼ ਉਦੋਂ ਹੋ ਜਾਂਦਾ ਜਦੋਂ ਤੁਸੀਂ ਗਹਿਰੀ ਸਮਾਧੀ ਮਤਲਬ ਗਏ ਹੁੰਦੇ ਹੋ, ਫਿਰ ਉਦੋਂ ਨਾ ਉਹ ਆਵਾਜ਼ਾਂ ਨਹੀਂ ਸੁਣਦੀਆਂ। ਪਰ ਜ਼ਿਆਦਾਤਰ ਜੇਕਰ ਆਵਾਜ਼ਾਂ ਤੁਹਾਨੂੰ ਸੁਣਦੀਆਂ ਤੇ ਇਤਨੀ ਉੱਚੀਆਂ ਆਵਾਜ਼ਾਂ ਤੁਹਾਨੂੰ ਸੁਣਨਗੀਆਂ। ਹੁਣ ਕਹਿੰਦੇ ਆ ਕਿ ਉਹ ਦੋਨੋਂ ਪੁਲਾਂ ਨੂੰ ਮੈਂ ਜੋੜਤਾ ਤੇ ਫਿਰ ਮਹਾਰਸ ਨੂੰ ਪੀ ਲਿਆ। ਮਹਾਰਸ ਜਿਹੜਾ ਹੈਗਾ ਵਾ ਉਹ ਪ੍ਰਮਾਤਮਾ ਦਾ ਅਨੁਭਵ ਹੈ। ਅਸੀਂ ਜਦੋਂ ਪ੍ਰਮਾਤਮਾ ਦੇ ਕਰੀਬ ਜਾਂਦੇ ਹਾਂ, ਉਹਦੇ ਵਿੱਚ ਇੱਕਮਿਕ ਹੋ ਜਾਂਦੇ ਹਾਂ ਤੇ ਸਾਨੂੰ ਮਹਾਰਸ ਮਿਲਦਾ। ਮਹਾਰਸ ਦਾ ਮਤਲਬ ਉਹ ਗਤੀਹੀਨ ਰਸ ਆ। ਉਹਨੂੰ ਅਨੁਭਵ ਕਰਨ ਦੀ ਰਿਕੁਆਇਰਮੈਂਟ ਇਹੋ ਹੀ ਆ ਕਿ ਤੁਸੀਂ ਅੰਦਰੋਂ ਸ਼ਾਂਤ ਹੋ ਜਾਓ। ਜਦੋਂ ਆਪਾਂ, ਜਦ ਬਾਣੀ ਕਹਿੰਦੀ ਨੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਹਮ ਨਹੀਂ ਤੇ ਤਬ ਤੁਮ। ਮੇਰਾ ਹੋਣਾ ਵਿਚਾਰਾਂ ਤੱਕ ਹੈ। ਜਦੋਂ ਮੈਂ ਵਿਚਾਰਾਂ ਦੇ ਵਿੱਚ ਅੱਗੇ ਚਲਾ ਗਿਆ ਨਾ, ਉੱਥੇ ਮੈਂ ਨਹੀਂ ਰਹਿ ਗਿਆ, ਉੱਥੇ ਕੇਵਲ ਚੇਤਨਾ ਰਹਿ ਗਈ। ਜਿਹੜਾ ਮੇਰੀ ਹੋਂਦ ਸੀ ਉਹ ਜੜ ਸੀ, ਉਸ ਤੋਂ ਵੀ ਅੱਗੇ ਲੰਘ ਗਿਆ ਆਪਾਂ।
ਬਹੁਤ ਚੇਤਨਾ ਚ ਪਾਉਣਗੀਆਂ। ਅਗਲੀ ਤੋਂ ਬੋਲਣੇ ਜੈਸਾ ਹਾਂ ਕਾਮ, ਹਾਂ ਉੱਥੇ ਫਿਰ ਕਹਿੰਦੇ ਕਾਮ ਕ੍ਰੋਧ ਦੋਏ ਕੀਏ ਜਲੇਤਾ। ਜਲੇਤਾ ਛੂਟ ਗਈ ਸੰਸਾਰੀ। ਹੂੰ ਹੁਣ ਭਾਵ ਵੇਖ ਲਓ ਤੁਸੀਂ, ਕਾਮ ਦਾ ਵੀ ਉੱਥੇ ਅੰਤ ਹੋ ਜਾਣਾ, ਕ੍ਰੋਧ ਦਾ ਅੰਤ ਹੋ ਜਾਣਾ। ਸੰਸਾਰ ਦਾ ਇਹ ਦੋ ਮੋਹ ਸਾਰਾ ਸ਼ਕਤੀਆਂ ਹੀ- ਜਿਹੜੀਆਂ ਨਾ ਦੇਖੋ, ਹੂੰ। ਹਾਂ ਹਾਂ ਸੰਸਾਰ ਦਾ ਨਿਜਰ ਸਾਹਿਬ, ਇਹ ਸੰਸਾਰ ਦੀ ਬਿਰਤੀ ਜਿਹੜੀ ਹੈ ਨਾ ਉਹ ਤੇ ਖਤਮ ਹੋਣੀ ਹੋਣੀ ਆ। ਜਿਹੜਾ ਕਾਮ ਤੇ ਕ੍ਰੋਧ ਹੈ ਨਾ ਬੜੇ ਪਾਵਰਫੁਲ ਹੈ, ਮੈਂ ਆਪ ਜੀ ਨੇ ਦੱਸਣਾ ਚਾਹੁੰਦਾ। ਇਹ ਬੜੀ ਦੂਰ ਤੱਕ ਜਾਂਦੇ ਜੋ, ਕਾਫੀ ਦੂਰ ਤੱਕ ਆ ਜਾਂਦੇ। ਤੁਸੀਂ ਸਾਧਨਾ ਕਰੋਗੇ ਨਾ, ਕਰ ਹੀ ਰਹੇ ਜੋ, ਵੈਸੇ ਕਰੋਗੇ ਨਹੀਂ ਕਰ ਰਹੇ ਜੋ, ਤੁਸੀਂ ਦੇਖੋਗੇ ਬੜੇ ਪਾਵਰਫੁਲ ਨੇ। ਆਖਰ ਦੇ ਵਿੱਚ ਜਦੋਂ ਤੁਸੀਂ ਕ੍ਰੋਧ ਤੋਂ ਵੀ ਅੱਗੇ ਲੰਘ ਗਏ ਤੇ ਫਿਰ ਲਾਸਟ ਤੇ ਕਾਮ ਨੇ ਆ ਜਾਣਾ। ਕਾਮ ਵੀ ਸ਼ਾਂਤ ਹੋ ਜਾਂਦਾ, ਫਿਰ ਉਹ ਪਿੱਛੇ ਹੋ ਜਾਂਦਾ, ਬੈਕ ਆਫ ਹੋ ਜਾਂਦਾ। ਇੱਕ ਤੇ ਆਪਾਂ ਕਿਸੇ ਨੂੰ ਚੈਲੰਜ ਕਰਦੇ ਆ ਨਾ, ਤੇ ਆਪਾਂ ਉਹ ਧੱਕੇ ਨਾਲ ਹੀ ਉਹਨੂੰ ਢਾ ਲੈਂਦੇ ਆ। ਮੁੜ ਕੇ ਜਿਹੜਾ ਕਾਮ ਆ ਨਾ, ਇਹਨੇ ਤੁਹਾਨੂੰ ਚੈਲੰਜ ਕਰਨੋਂ ਹਟ ਜਾਣਾ। ਬਹੁਤ ਔਖਾ ਹੈ, ਬਹੁਤ ਔਖਾ ਹੈ। ਤੁਹਾਡੇ ਅੰਦਰ ਤਰੰਗ ਪੈਦਾ ਕਰਨੀ ਬੜੀ ਔਖੀ, ਕਿਉਂਕਿ ਤੁਸੀਂ ਬ੍ਰਹਮ ਦੇ ਸਭ ਤੋਂ ਆਖਰੀ ਬਿੰਦੂ ਤੱਕ ਪਹੁੰਚ ਚੁੱਕੇ ਜੋ। ਉੱਥੇ ਕਾਮ ਨਹੀਂ ਜਾ ਸਕਦਾ, ਉੱਥੇ ਕ੍ਰੋਧ ਵੀ ਨਹੀਂ ਜਾ ਸਕਦਾ। ਤੁਹਾਡੇ ਅੰਦਰ ਸਹਿਜ ਤੱਤ ਆ ਗਿਆ ਹੈ। ਸਹਿਜ ਤੱਤ ਮਤਲਬ ਬ੍ਰਹਮ, ਜਿਹਦੇ ਅੰਦਰ ਹੀ ਸਭ ਕੁਝ ਹੈ, ਪਰ ਹਲਚਲ ਤੋਂ ਰਹਿਤ ਤੱਤ ਹੋ, ਗਤੀਹੀਨ ਤੱਤ, ਆਖਰੀ ਅਵਸਥਾ। ਹਾਂਜੀ ਨੇਜਰ ਸਾਹਿਬ ਅਗਲੀ ਤੁਕ ਬੋਲੋ। ਅੱਗੇ ਫਿਰ ਕਬੀਰ ਜੀ ਜਿਹੜੇ ਹੈਗੇ ਵਾਪਸ ਜਿਹੜੇ ਹੈਗੇ ਪਹਿਲੇ ਤੇ ਪਹੁੰਚ ਰਹੇ ਆ। ਪ੍ਰਗਟ ਪ੍ਰਕਾਸ਼, ਕਹਿੰਦੇ ਪ੍ਰਕਾਸ਼ ਮੇਰੇ ਅੰਦਰ ਪ੍ਰਗਟ ਹੋ ਗਿਆ। ਕਿਵੇਂ ਹੋ ਗਿਆ? ਕਹਿੰਦੇ ਮੈਂ ਸਟਾਰਟ ਜਿਹੜਾ ਦੱਸਿਆ ਸੀਗਾ ਗਿਆਨ ਲਿਆ ਸੀ ਭਾਈ। ਸਭ ਤੋਂ ਪਹਿਲਾਂ ਕਬੀਰ ਜੀ ਨੇ ਕਿਹਾ ਆ, ਦੇਖੋ ਗੁੜ ਕਰ ਗਿਆਨ ਧਿਆਨ ਕਰ ਮਹੂਆ, ਤਾਂ ਧਿਆਨ ਸ਼ੁਰੂ ਹੋਇਆ, ਗਿਆਨ ਲਿਆ ਤੇ ਆਖਰੀ ਦੇ ਵਿੱਚ ਫਿਰ ਉਸੇ ਗੱਲ ਨੂੰ ਸਰਟੀਫਾਈ ਕਰ ਰਹੇ ਆ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਗੰਮਤ ਕਹਿੰਦੇ ਆ ਉਹਦੇ ਨਾਲ ਮੇਰੀ ਗਮਤਾ ਹੋਈ ਆ। ਗੁਰੂ ਦੇ ਗਿਆਨ ਦੇ ਨਾਲ, ਬ੍ਰਹਮ ਗਿਆਨ ਦੇ ਨਾਲ ਮੈਂ ਇਸ ਜਗ੍ਹਾ ਤੇ ਪਹੁੰਚਿਆ ਆ। ਇਹ ਮੇਰੀ ਬੁੱਧੀ ਨਹੀਂ ਹੈਗੀ, ਇਹ ਮੇਰੀ ਸੋਝੀ ਨਹੀਂ ਹੈਗੀ। ਸਤਿਗੁਰ ਤੇ ਸੁੱਧ ਪਾਈ, ਸੁੱਧ ਮਤਲਬ ਸੋਝੀ, ਸੂਝ, ਇਹ ਮੈਨੂੰ ਸਤਿਗੁਰੂ ਤੋਂ ਮਿਲੀ ਆ ਭਾਈ। ਮੇਰਾ ਇਹਦੇ ਵਿੱਚ ਨਹੀਂ ਹੈਗਾ ਕੁਛ, ਮੇਰੀ ਤਾਂ ਪੁਕਾਰ ਹੈਗੀ ਆ। ਸਤਿਗੁਰੂ ਨੇ ਮੈਨੂੰ ਦੱਸਿਆ ਹੈ, ਗਿਆਨ ਸਤਿਗੁਰੂ ਦਾ ਹੈਗਾ। ਮੈਨੂੰ ਸਤਿਗੁਰੂ ਨੇ ਜਿਹੜਾ ਹੈਗਾ ਇਹ ਕਿਵੇਂ ਕਰਨਾ ਆ, ਮੈਨੂੰ ਸਤਿਗੁਰੂ ਨੇ ਟ੍ਰੇਨਿੰਗ ਦਿੱਤੀ ਆ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ, ਸਤਿਗੁਰ ਤੇ ਸੁਧ ਪਾਈ। ਦਾਸ ਕਬੀਰ ਤਾਸ ਮਦ ਮਾਤਾ, ਉਚਕ ਨਾ ਕਬਹੂ ਜਾਈ। ਕਹਿੰਦੇ ਦਾਸ ਕਬੀਰ ਕਹਿੰਦੇ ਆ ਮੈਂ ਤਾਂ ਪਾਈ ਦਾਸ, ਸਤਿਗੁਰੂ ਦਾ, ਪ੍ਰਮਾਤਮਾ ਦਾ ਦਾਸ, ਉਸ ਮਦ ਦੇ ਵਿੱਚ ਮਸਤ ਹੋ ਗਿਆ ਆ। ਮੇਰੀ ਹੁਣ ਸੁਰਤ ਜਿਹੜੀ ਹੈ, ਮੇਰੀ ਬਿਰਤੀ ਜਿਹੜੀ ਹੈਗੀ ਆ, ਕਦੀ ਵੀ ਨਹੀਂ ਉਸ ਤੋਂ ਉਖੜਦੀ, ਕਦੀ ਉਚਕਦੀ ਨਹੀਂ ਹੈ। ਇੱਕ ਵਾਰੀ ਜਿਹੜੀ ਹੈਗੀ ਆ ਸਮਾਧੀ ਦੇ ਵਿੱਚ ਚਲੇ ਜਾਏ ਇਨਸਾਨ, ਤੇ ਫਿਰ ਵਾਪਸ ਜਿਹੜਾ ਹੈਗਾ ਨਹੀਂ ਭਾਈ, ਫਿਰ ਜਿਹੜਾ ਹੈਗਾ ਉਹ ਬੂੰਦ ਵਾਪਸ ਨਹੀਂ ਆਏਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਥੇ ਕਾਮ ਕ੍ਰੋਧ ਦੀ ਗੱਲ ਕੀਤੀ ਆ, ਇਹ ਤੁਹਾਡੇ ਲਾਗੇ ਨਹੀਂ ਆਉਣਗੇ। ਪ੍ਰਗਟ ਪ੍ਰਗਾਸ ਪ੍ਰਕਾਸ਼ ਗਿਆਨ ਗੁਰੂ ਗੰਮਤ, ਸਤਿਗੁਰ ਤੇ ਸੁਧ ਪਾਈ। ਹਾਂ, ਸਤਿਗੁਰੂ ਤੋਂ ਸੋਝੀ ਮਿਲੀ ਆ, ਗੁਰੂ ਦੇ ਗਿਆਨ ਦੇ ਨਾਲ ਮੇਰੀ ਗਮਤਾ ਹੋਈ ਆ। ਉਸ ਜਗ੍ਹਾ ਤੇ ਉਹ ਅੰਮ੍ਰਿਤ ਦੀ ਬੂੰਦ ਜਿਹੜੀ ਆ, ਮੈਨੂੰ, ਮੇਰਾ ਕੋਈ ਦਾਵਾ ਨਹੀਂ ਹੈ ਕਿ ਮੈਂ ਕਹਾਂ ਵੀ ਮੈਂ ਪਾ ਲਈ ਆ, ਨਾ ਨਾ ਨਾ, ਬਿਲਕੁਲ ਨਹੀਂ। ਹਾਂਜੀ ਵੀਰ ਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਉੱਥੇ ਮੈਨੂੰ ਸੋਝੀ ਮਿਲ ਗਈ ਆ ਤੇ ਮੇਰੇ ਅੰਦਰ ਜਿਹੜਾ ਗਿਆਨ ਦਾ ਜਿਹੜਾ ਪ੍ਰਕਾਸ਼ ਹੋ ਗਿਆ। ਇਹ ਜਿਹੜੀ ਸੋਝੀ ਆ ਉਹ ਮੈਨੂੰ ਭਲਿਆ ਮਨੁੱਖਾਂ ਤੋਂ ਮਿਲੀ, ਜਿਹੜੇ ਇਸ ਮਾਰਗ ਤੇ ਚੱਲ ਰਹੇ ਆ ਜਾਂ ਚੱਲ ਕੇ ਪਹੁੰਚ ਚੁੱਕੇ। ਕਹਿੰਦੇ ਦਾਸ ਕਬੀਰ ਤਾਸ ਮਦ ਮਾਤਾ, ਉਸ ਮਦ ਦੇ ਵਿੱਚ, ਉਸ ਨਸ਼ੇ ਦੇ ਵਿੱਚ, ਉਸ ਅੰਮ੍ਰਿਤ ਦੇ ਵਿੱਚ ਮਸਤ ਹੋ ਗਿਆ। ਉਚਕ ਨਾ ਕਬਹੂ ਜਾਈ। ਕਹਿੰਦੇ ਹੁਣ ਨਹੀਂ ਮੈਂ ਉਚਕਦਾ, ਹੁਣ ਭਾਵੇਂ ਮਾਇਆ ਜੋ ਮਰਜ਼ੀ ਕਰੇ, ਹੁਣ ਮੈਂ ਜਿਹੜਾ ਹੈਗਾ ਉਹ ਬੂੰਦ ਜਿਹੜੀ ਇੱਕ ਵਾਰੀ ਸਾਗਰ ਦੇ ਵਿੱਚ ਮਿਲ ਗਈ ਆ, ਹੁਣ ਜਦ ਤੱਕ ਸਰੀਰ ਰਹੇਗਾ ਉਹ ਸਾਗਰ ਦੇ ਵਿੱਚ ਮਿਲੀ ਹੋਈ ਆ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਬ੍ਰਹਮ ਗਿਆਨੀਆਂ ਨੂੰ ਕੋਈ ਪ੍ਰੋਬਲਮ ਨਹੀਂ ਆ, ਉਹ ਹੁਣ ਸਰੀਰ ਤੋਂ ਉੱਪਰ ਹੈਗੇ ਭਾਈ। ਹਾਂਜੀ ਵੀਰ ਜੀ, ਜਨਮ ਮਰਨ ਤੋਂ ਪਰੇ ਹੈਗੇ, ਪ੍ਰਕਿਰਤੀ ਦੀ ਕੈਦ ਚੋਂ ਆਜ਼ਾਦ ਹੈਗੇ। ਹਾਂਜੀ ਵੀਰ ਜੀ। ਹਾਂ ਬਿਲਕੁਲ ਜੀ। ਬੰਦਾ ਉੱਥੇ ਪਹੁੰਚ ਗਿਆ ਵਾ ਜਿੱਥੇ ਕੋਈ ਵੀ ਨਹੀਂ ਜਾ ਸਕਦਾ, ਉੱਥੇ ਕਾਲ ਨਹੀਂ ਜਾ ਸਕਦਾ। ਇਹ ਬਸ ਉਹ ਕਹਿੰਦੇ ਉਸ ਅਵਸਥਾ 'ਚ ਮੈਂ ਪਹੁੰਚ ਗਿਆ ਵਾਂ, ਜਾਂ ਪਹੁੰਚ ਜਾਓਗੇ, ਤੁਸੀਂ ਮੁਕਤ ਹੋ ਜਾਣਾ।
ਮੁਕਤ ਦਾ ਮਤਲਬ ਇਹੋ ਹੀ ਆ ਕਿ ਜਿਉਂਦੇ ਜੀ ਜੇਕਰ ਮੈਂ ਉਸ ਚੀਜ਼ ਨੂੰ ਨਹੀਂ ਨਾ ਜਾਣਿਆ ਤੇ ਮਰਨ ਤੋਂ ਬਾਅਦ ਕਿਸੇ ਨੇ ਕੀ ਕਹਿਣ ਨੂੰ ਜਾਣਾ। ਤੋ ਨਿਜਾ ਸਾਹਿਬ ਅੱਜ ਦੀ ਵਿਚਾਰ ਇੱਥੇ ਹੀ। ਹਾਂਜੀ ਬਹੁਤ ਵਧੀਆ ਜੀ, ਅੱਜ ਤਾਂ ਕਮਾਲ ਹੀ ਹੋਈ ਪਈ ਹੈ। ਇੱਕ ਨਾ ਗੋਰਖੀ ਸਾਹਿਬ ਅਰਦਾਸ ਆਪਾਂ ਠੀਕ ਕਰਨੀ ਸੀ। ਇੱਕ ਉਹ ਇੱਥੇ ਅੱਛਾ। ਆਪਣੇ ਪ੍ਰੋਗਰਾਮ ਦੇ ਵਿੱਚ ਹੀ ਇੱਕ ਬੀਬੀ ਨੇ ਕਿਹਾ ਸੀ, ਇੱਕ ਹੈਗੇ ਬੀਬੀ ਹੈਗੀ ਆ, ਉਹ ਧਿਆਨ ਸਿਮਰਨ ਕਰਦੀ ਆ ਆਪਣੇ ਇਹਦੇ ਗਰੁੱਪ ਦੇ ਵਿੱਚ ਹੀ ਹੈਗੇ, ਅਤੇ ਉਹਨਾਂ ਨੂੰ ਨਾ ਥੋੜ੍ਹਾ ਜਿਹਾ ਜਿਹੜਾ ਹੈਗਾ ਪਰਿਵਾਰਿਕ ਜਿਹੜੀ ਹੈਗੀ ਆ ਉਹਨਾਂ ਨੂੰ ਕਾਫੀ ਜਿਹੜਾ ਹੈਗਾ ਇਹ ਰੋਕ ਰਹੇ ਆ ਇਹਦੇ ਵਿੱਚ, ਧਿਆਨ ਸਿਮਰਨ ਦੇ ਵਿੱਚ ਉਹਨਾਂ ਨੂੰ ਰੁਕਾਵਟਾਂ ਆ ਰਹੀਆਂ। ਉਹਦੇ ਵਾਸਤੇ ਜਿਹੜਾ ਅਰਦਾਸ ਕਰ ਦਿਓ ਵੀ ਉਹਦਾ ਮਨ ਜਿਹੜਾ ਹੈਗਾ ਮਾਲਕ ਜਿਹੜਾ ਹੈਗਾ ਤਾਕਤ ਦੇ, ਔਰ ਇਹ ਜਿਹੜਾ ਹੈਗਾ ਇਸ ਉਹਦੇ ਅੰਦਰ ਚੜ੍ਹਦੀ ਕਲਾ ਹੋਏ। ਬਸ ਇੰਨਾ ਹੀ ਹੈ ਜੀ। ਠੀਕ ਹੈ, ਕੋਈ ਗੱਲ ਨਹੀਂ ਨਿਜਾ ਸਾਹਿਬ ਕਰ ਦਿੰਦੇ ਤਾਂ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆ ਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਕਿ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਕਿ ਮੇਰੇ ਪਿਤਾ ਆਪ ਜਾਣੀ ਜਾਣ ਜੋ ਦੇਖੋ ਸਰੀਰ ਹੈਗੇ ਨੇ ਆਪਣੇ ਗਰੁੱਪ ਵਿੱਚ, ਮੇਰੇ ਪਿਤਾ ਉਹਨਾਂ ਨੂੰ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ, ਆਪ ਮਿਹਰ ਕਰੋ। ਜੋ ਵੀ ਰੁਕਾਵਟ ਆ ਰਹੀ ਹੈ ਮੇਰੇ ਪਿਤਾ ਨੂੰ ਦੂਰ ਕਰੋ। ਸਾਨੂੰ ਸਮੱਤ ਬਖਸ਼ੋ, ਸਾਨੂੰ ਅਕਲ ਬਖਸ਼ੋ, ਸਾਨੂੰ ਗਿਆਨ ਬਖਸ਼ੋ ਮੇਰੇ ਪਿਤਾ, ਸਾਨੂੰ ਸਮਾਧੀ ਬਖਸ਼ੋ, ਤਾਂ ਜੋ ਮੇਰੇ ਪਿਤਾ ਅਸੀਂ ਸਹੀ ਤਰੀਕੇ ਨਾਲ ਇਸ ਦਿਸ਼ਾ ਦੇ ਵੱਲ ਚੱਲ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ